कैप्टन सरकार हुण किसानों के हक दे विच दिल्ली पहुंची है। अगर वो हक च नहीं पहुंचती, अगर खड़ी नहीं होंदी, तद भी असीं कहने भी हाँ वो कुछ करदी नहीं। अगर असीं कुछ करदी है तो असीं कहते हैं वो ड्रामा करदी है। MSP ਤਾਂ ਫਿਰ ਹੈਗੀ ਹੈ 1868 ਰੁਪਏ। ਫਿਰ ਰਾਜਸਥਾਨ ਦੇ ਵਿੱਚੋਂ ਤੇ ਇਹਦੇ ਵਿੱਚੋਂ ਯੂਪੀ ਦੇ ਵਿੱਚ ਝੋਨਾ ਏਡਾ ਸਸਤਾ ਕਿਉਂ ਆ ਰਿਹਾ ਹੈ? ਹੁਣ ਹੜ੍ਹ ਆਉਂਦੇ ਸਾਡੀ, ਜ਼ਮੀਨਾਂ ਖਤਮ ਹੋ ਜਾਂਦੀਆਂ, ਗਰੀਬਾਂ ਦੇ ਘਰ ਢਹਿ ਜਾਂਦੇ ਆ ਤੇ ਪਾਣੀ ਇਹ ਲੈ ਜਾਂਦੇ ਆ, ਤੇ ਤੁਸੀਂ ਦੱਸੋ ਕਦੇ ਤੁਹਾਨੂੰ ਹੱਕ ਮਿਲਿਆ? अगर ये किसानों के हक दे विच मोर्चा है, पिछे 100 मीटर के मोर्चा एक लग्या होया है, तुसीं उन्हां दे नाल साथ क्यों नहीं दिता? जां तुहाडा ये मोर्चा जिवें सिमरजीत सिंह मान की सोच है भी असीं अलग राज बनाउणा है, ते तुसीं अलग राज की सोच नूं लैके इत्थे बैठे हो जां किसानों के हक दे विच बैठे हो? ਪਹਿਲਾਂ ਤੁਸੀਂ ਸਾਨੂੰ ਕੁਐਸਚਨ ਕੀਤਾ ਕਿ ਤੁਸੀਂ ਉਹਨਾਂ ਨਾਲ ਕੰਟੈਕਟ ਨਹੀਂ ਕੀਤਾ, ਤੇ ਉਹ ਨਹੀਂ ਸਾਡੇ ਨਾਲ ਕਰ ਸਕਦੇ? ਇਹ ਤਾਂ ਨਹੀਂ ਹੁੰਦਾ ਵੀ ਅਸੀਂ ਉਹ ਪਹਿਲਾਂ ਆਉਣ, ਅਸੀਂ ਵੀ ਜਾ ਸਕਦੇ ਹਾਂ, ਕਿਉਂਕਿ ਗੁਰੂ ਸਾਹਿਬ ਵੀ ਕਹਿੰਦੇ ਅਸੀਂ ਨੀਵਾਂ ਹੋ ਕੇ ਚੱਲਣਾ। ਗੁਰੂ ਕੋਈ ਨਹੀਂ ਨੀਵਾਂ ਚੱਲੇ, ਉਹਦੇ ਲਈ ਗੁਰੂ ਹੋਰ ਹੈ ਕਿ ਸਾਡੇ ਲਈ ਹੋਰ ਹੈ? ਅਸੀਂ ਕਿ ਨੌਜਵਾਨ 'ਚ ਕੁਝ ਹੋਊਗਾ ਸ਼ਾਇਦ, ਪਰ ਮੈਨੂੰ ਤਾਂ ਪਤਾ ਸੀ ਇਹਦੇ ਬੰਬੇ ਤੋਂ ਆਇਆ ਨਹੀਂ ਹੈਗਾ ਕੁਝ। ਦੀਪ ਸਿੱਧੂ ਤੋਂ ਪੁੱਛਿਆ ਜਿੱਦੇ ਨੇ ਚੱਲ, ਕਹਿੰਦਾ ਜੀ ਉੱਥੇ ਮੋਰਚਾ ਲੱਗਿਆ ਤੁਹਾਡੇ ਭਰਾਵਾਂ ਦਾ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। ਜੇ ਇਹਨੂੰ ਇਹ ਨਹੀਂ ਪਤਾ ਫਿਰ ਪੰਜਾਬ ਦੀ ਪਾਲਿਸੀ ਦਾ ਇਹਨੂੰ ਕੀ ਪਤਾ ਹੋਊਗਾ? ਮੋਰਚੇ ਬਾਰੇ ਤਾਂ ਪਤਾ ਨਹੀਂ 400 ਫਰਲਾਂਗ ਤੇ। ਅਸੀਂ ਤਾਂ ਕਹਿੰਦੇ ਵੀ ਸਾਡੀ ਗੱਲ ਹੈਗੀ ਇਸ ਤੋਂ ਬਾਅਦ ਖਾਲਿਸਤਾਨ ਤੇ ਕੁਮਾਰ ਵਿਸ਼ਵਾਸ ਕਹਿੰਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਭਸਮਾਂ ਸੁਰ ਦੈਂਤ ਹੈ। ਇਹ ਇਨਕਲਾਬ ਜਿੰਦਾ ਵੜੇ ਤੇ ਇਨਕਲਾਬ ਜਿੰਦਾ ਪਤਾ ਕੀ ਆ? ਉਹਨੇ ਇਨਕਲਾਬ ਜਿੰਦਾ ਨੇ ਸਾਰਾ ਦਰਬਾਰ ਸਾਹਿਬ ਢਾਇਆ, ਜਦੋਂ ਕਿ ਇੱਕ ਪ੍ਰਧਾਨ ਮੰਤਰੀ ਸੰਵਿਧਾਨ ਦੀ ਧਾਰਾ 75 ਦੇ ਤਹਿਤ ਕਿਸੇ ਨਾ ਮੰਦਰ ਨਾ ਮਸਜਿਦ ਨਾ ਗਿਰਜਾ ਘਰ ਦਾ ਨੀਂਹ ਪੱਥਰ ਰੱਖ ਹੀ ਨਹੀਂ ਸਕਦਾਗਾ। ਕਹਿੰਦੇ SYL ਦਾ ਮੋਰਚਾ ਸੀਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਲਾਇਆ, 2 ਕਰੋੜ ਰੁਪਇਆ ਭਜਨ ਲਾਲ ਤੋਂ ਲੈ ਲਿਆ, ਔਰਬਿਟ ਹੋਟਲ ਬਣਾ ਲਿਆ। ਕੈਪਟਨ ਸਾਹਿਬ ਦੇ ਜਗਵੀਰ ਪਾਲ ਨੇ ਚਾਂਦੀ ਦੀ ਕਹੀ ਦੇ ਨਾਲ ਟੱਪਾ ਲਾ ਦੇ, ਕਹਿੰਦੇ ਅਸੀਂ ਠੀਕ ਕੀਤਾ। ਇਹ ਸਾਰੇ ਠੀਕ ਹੈ। ਪ੍ਰਕਾਸ਼ ਸਿੰਘ ਬਾਦਲ ਤੇ ਵੀ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸਰਸੇ ਵਾਲੇ ਸਾਧ ਦੀ ਮਦਦ ਕਰਕੇ ਮੈਂ ਠੀਕ ਕੀਤਾ। ਰਾਮਦੇਵ ਇਹਨਾਂ ਦਾ ਬਾਬਾ ਇੱਕ ਹੱਡੀਆਂ ਪੀ ਕੇ ਦਿੰਦਾ, ਕਰੋੜਾਪਤੀ ਬਣ ਗਿਆ। ਅਸੀਂ ਹਰੀਕਾ ਪੱਤਨ ਦਾ ਨਾ ਜਿਹੜਾ ਥੱਲੇ ਵੀ ਮਾੜਾ ਵੀ ਘਮਾਉਣਾ ਹੈ, ਦਿੱਲੀ ਤੋਂ ਬਗੈਰ ਘਮਾ ਹੀ ਨਹੀਂ ਸਕਦੇ। ਮੋਦੀ ਦੇ ਵੱਸ ਵੀ ਹੈ ਨਹੀਂਗਾ, ਵੱਸਦਾ ਹੈਗਾ ਭਾਗਵਤ ਦੇ। ਇੰਡੀਆ ਨੇ ਆਜ਼ਾਦ ਹੋ ਕੇ ਦਰਬਾਰ ਸਾਹਿਬ ਢਾਤਾ, ਸਿੱਖ ਗੁਲਾਮ ਹੋ ਗਏ। ਬਾਬਰੀ ਮਸਜਿਦ ਹੈਗੀ, ਮੁਸਲਮਾਨ ਗੁਲਾਮ ਹੋ ਗਏ। ਈਸਾਈਆਂ ਨੂੰ ਜਿੰਦਾ ਜਲਾ ਕੇ ਸਾੜਤਾ। ਕਹਿੰਦਾ ਤੁਸੀਂ ਪਾਕਿਸਤਾਨ ਦੇ ਵਫਾਦਾਰ ਹੋ, ਜੇ ਬਾਜ ਨਾ ਇਹ ਪਾਕਿਸਤਾਨ ਦੀ ਗੱਲ ਕਰਦੇ ਰਹੇ ਤੇ ਫਿਰ ਕਿ ਮੈਂ ਤੁਹਾਡੀਆਂ ਧੀਆਂ ਭੈਣਾਂ ਮਾਵਾਂ ਨੂੰ ਲਿਆਉਂਗਾ ਤੇ ਬਿਹਾਰ ਤੋਂ ਫੌਜ ਲਿਆਉਂਗਾ, ਬੱਚੇ ਪੈਦਾ ਕਰੂਗਾ। ਅਸੀਂ ਸਰਕਾਰੀ ਮੰਨ ਲੈਂਦੇ ਇਹਦੀ ਕਹਿੰਦਾ, ਅਸੀਂ ਸਰਕਾਰੀ ਮੋਰਚਾ ਹੋ ਗਿਆ। ਫਿਰ ਸਰਕਾਰੀ ਮੋਰਚਾ ਖਾਲਿਸਤਾਨ ਮੰਗੂਗਾ। ਜਿਹੜਾ ਮੇਰਾ ਆਧਾਰ ਕਾਰਡ ਹੈ, ਜਿਹੜਾ ਮੇਰਾ ਆਇਡੈਂਟੀ ਕਾਰਡ ਹੈ, ਜਿਹੜਾ ਕਹਿੰਦੇ ਵੀ ਕਿਤੇ ਵੀ ਆਇਡੈਂਟੀ ਕਾਰਡ ਚੱਲ ਸਕਦਾ ਹੈ, ਉਹਦੇ ਵਿੱਚ ਪੰਜਾਬੀ ਹੀ ਗੈਪ ਹੋ ਗਏ, ਸਾਡੇ ਪੰਜਾਬ ਦੇ ਵਿੱਚ ਪੰਜਾਬੀ ਗੈਪ ਹੋ ਗਈ, ਤੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਇੱਥੇ ਤਾਂ ਸਿੱਖ ਗੈਪ ਹੋਏ ਪਏ, ਪੱਗਾਂ ਗੈਪ ਕਰਦੀਆਂ ਇਹਨਾਂ ਨੇ। ਵਿਰੋਧੀਆਂ ਦਾ ਕੁਝ ਹੱਲ ਨਿਕਲਦਾ ਕੋਈ ਨਜ਼ਰ ਨਹੀਂ ਆ ਰਿਹਾ। ਅਸੀਂ ਗੁਲਾਮ ਹੈ, ਹੱਲ ਤਾਂ ਨਿਕਲੂ, ਖਾਲਿਸਤਾਨ ਬਣ ਜੇ ਨਿਕਲ ਜੂਗਾ। ਜਦੋਂ ਇਹ ਬੋਲਦੇ ਆ ਅਸੀਂ ਤਾਂ ਜਵਾਬ ਦਿੰਦੇ ਆ, ਜਦੋਂ ਇਹ ਸਾਨੂੰ ਠੋਕਦੇ ਅਸੀਂ ਇਹਨਾਂ ਨੂੰ ਠੋਕ ਦਿੰਦੇ ਆ। ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕਾਫੀ ਦੇਰ ਦੇ ਮਾਨ ਸਾਹਿਬ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ, ਅਸੀਂ ਸਾਰੇ ਜਾਣਦੇ ਹਾਂ, ਭਲੀ ਭਾਂਤੀ ਜਾਣਦੇ ਹਾਂ, ਤੇ ਪਰ ਜਿਹੜੇ ਉਹਨਾਂ ਦੇ ਵਿੱਚ ਵੋਟਾਂ ਦੇ ਵਿੱਚ ਉਹਨਾਂ ਦੀ ਜਿੱਤ ਕਿਉਂ ਨਹੀਂ ਹੁੰਦੀ? ਕਿਉਂਕਿ ਲੋਕ ਕੀ ਗੱਲ, ਲੋਕ ਸਮਝਦੇ ਨਹੀਂ ਹੈ ਇਸ ਗੱਲ ਨੂੰ। ਲੋਕ ਗੁਲਾਮ ਹੋਏ ਪਏ ਆ, ਕੋਈ ਆਟੇ ਦਾ ਗੁਲਾਮ ਹੋ ਗਿਆ। ਸਤਿ ਸ਼੍ਰੀ ਅਕਾਲ ਜੀ, ਇਸ ਵੇਲੇ ਅਸੀਂ ਖੜੇ ਹਾਂ ਸ਼ੰਭੂ ਬਾਰਡਰ ਤੇ, ਜਿੱਥੇ ਅੱਜ ਇਤਿਹਾਸਕ ਦਿਨ ਸੀ, ਜਿੱਥੇ ਕਿਸਾਨਾਂ ਨੇ ਆਪਣੀ ਲੜਾਈ ਨੂੰ ਜਾਰੀ ਰੱਖਦਿਆਂ ਹੋਇਆਂ ਅੱਜ ਧਰਨਾ ਲਾਇਆ ਸੀ, ਮੋਰਚਾ ਲਗਾਇਆ ਸੀ, ਤੇ 12 ਤੋਂ 4 ਵਜੇ ਤੱਕ ਇਹਨਾਂ ਨੇ ਬੰਦ ਕੀਤਾ ਸੀ, ਜੋ ਕਿ ਸੰਪੂਰਨ ਤੌਰ ਤੇ ਬੰਦ ਕੀਤਾ ਸੀ, ਜੋ ਕਿ ਕੋਈ ਗੱਡੀ ਨਾ ਆਉਣ ਦਿੱਤੀ ਜਾ ਰਹੀ ਸੀ ਤੇ ਨਾ ਜਾਣ ਦਿੱਤੀ ਜਾ ਰਹੀ ਸੀ। ਜਿੱਥੇ ਅਸੀਂ ਦੇਖ ਸਕਦੇ ਹਾਂ ਇਹ ਗੱਡੀਆਂ ਹੁਣ ਜਾ ਰਹੀਆਂ ਨੇ, ਕੁਝ ਦੇਰ ਪਹਿਲਾਂ ਬੰਦ ਸੀ, ਜੋ ਕਿ ਬਿਲਕੁਲ ਬੰਦ ਕੀਤਾ ਗਿਆ ਸੀ। ਇੱਥੇ ਹਰਿਆਣਾ ਦਾ ਬਾਰਡਰ ਪੈਂਦਾ, ਜਿੱਥੇ ਅੱਗੇ ਜਾ ਕੇ ਹਰਿਆਣਾ ਸ਼ੁਰੂ ਹੋ ਜਾਂਦਾ, ਤੇ ਇੱਥੇ ਬਿਲਕੁਲ ਕਿਸਾਨਾਂ ਨੇ ਜਾਮ ਕੀਤਾ ਹੋਇਆ ਸੀ, ਤੇ ਇੱਥੇ ਮੋਰਚਾ ਲਗਾਇਆ ਹੋਇਆ ਹੈ। ਕਿਸਾਨ ਯੂਨੀਅਨ ਜੋ ਅੰਮ੍ਰਿਤਸਰ ਹੈ, ਉਹਨਾਂ ਨੇ ਮੋਰਚਾ ਵੀ ਇੱਥੇ ਲਗਾਇਆ ਹੋਇਆ, ਜੋ ਕਿ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੈ, ਉਹਨਾਂ ਨੇ ਇੱਥੇ ਮੋਰਚਾ ਲਗਾਇਆ। ਉਹਨਾਂ ਦੇ ਪ੍ਰਧਾਨ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਅੱਜ ਜਿਹੜਾ ਜਾਮ ਕੀਤਾ ਸੀ ਇੱਥੇ, ਤੇ ਸਰਕਾਰਾਂ ਇਹ ਕਹਿੰਦੀਆਂ ਨੇ ਵੀ ਜਿਹੜੇ ਬਿੱਲ ਨੇ, ਕਾਨੂੰਨ ਨੇ, ਇਹ ਕਿਸਾਨਾਂ ਦੇ ਬਿਲਕੁਲ ਹੱਕ 'ਚ ਨੇ, ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਸਭ ਤੋਂ ਪਹਿਲਾਂ ਐਮਪੀਆਰ ਜਿਹੜਾ ਪੰਜਾਬੀ ਚੈਨਲ ਹੈ, ਇਸ ਦੀ ਟੀਮ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਕੌਮ ਦੀ ਸੇਵਾ ਵੀ ਕਰਨ ਤੇ ਆਮ ਜਿਹੜੇ ਲੋਕਾਂ ਦੇ ਮੁੱਦੇ ਉਹਨਾਂ ਦੀ ਸੇਵਾ ਕਰਨ। ਦੇਸ਼ਾਂ ਵਿੱਚ ਜਿੱਥਾਂ ਵਿੱਚ ਵਸਦੇ ਸਿੱਖ ਕੌਮ ਨਾਲ ਤੇ ਕਿਸਾਨਾਂ ਨਾਲ ਪਿਆਰ ਕਰਨ ਵਾਲੇ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਕਾਰਾਂ ਤਾਂ ਕਹਿੰਦੀਆਂ ਹੀ ਹੁੰਦੀਆਂ, ਹੁਣ ਜੇ ਸਰਕਾਰ ਇਹ ਨਾ ਕਵੇ ਕਿ ਇਹ ਬਿੱਲ
ਕਿਸਾਨਾਂ ਦੇ ਪੱਖੀ ਨਹੀਂ ਤੇ ਫਿਰ ਮਤਲਬ ਕੀ ਰਹਿ ਗਿਆ। ਸਰਕਾਰ ਨੇ ਤਾਂ ਕਹਿਣਾ ਹੀ ਹੁੰਦਾ ਹੈ। ਸਰਕਾਰ ਤਾਂ ਦਰਬਾਰ ਸਾਹਿਬ ਢਾਹ ਕੇ ਕਹਿੰਦੀ ਮੈਂ ਬੜਾ ਠੀਕ ਢਾਇਆ। ਸਰਕਾਰ ਤਾਂ ਦਰਬਾਰ ਸਾਹਿਬ ਗਲਾਂ 'ਚ ਟਾਇਰ ਪਾ ਕੇ ਕਹਿੰਦੀ ਮੈਂ ਠੀਕ ਕੀਤਾ। ਸਰਕਾਰ ਤਾਂ ਕਹਿੰਦੀ ਮੈਂ ਪੰਜਾਬੀ ਬੋਲਦੇ ਇਲਾਕੇ ਖੋਲ੍ਹੇ ਮੈਂ ਠੀਕ ਕੀਤਾ। ਸਰਕਾਰ ਤਾਂ ਕਹਿੰਦੀ ਸੀ ਅਸੀਂ ਹੈੱਡਵਰਕਸ ਖੋਲ੍ਹੇ ਸਾਡੇ ਉਹ ਠੀਕ ਕੀਤਾ। ਸਰਕਾਰ ਤਾਂ ਇਹ ਵੀ ਕਹਿੰਦੀ ਹੈ ਜਿਹੜਾ ਆਨੰਦ ਮੈਰਿਜ ਐਕਟ 1909 'ਚ ਬਣਿਆ ਖੋਲ੍ਹਿਆ, ਸੰਵਿਧਾਨ ਦੀ ਧਾਰਾ 25 ਕਲੌਜ਼ B1 ਮੁਤਾਬਕ ਸਾਨੂੰ ਕਿਸੇ ਤਰ੍ਹਾਂ ਹਿੰਦੂ ਬਣਾਤਾ। ਕਿਸਾਨ ਸਰਕਾਰ ਤਾਂ ਇਹ ਵੀ ਕਹਿੰਦੀ ਹੈ ਜਿਹੜਾ ਵੱਲਭ ਭਾਈ ਪਟੇਲ ਸੀ ਪਹਿਲਾ ਹੋਮ ਮਿਨਿਸਟਰ ਸੀ, ਉਹਨੇ 16 ਅਗਸਤ ਨੂੰ ਕਹਿੰਦਾ ਸਿੱਖ ਕੌਮ ਇੱਕ ਜਰਾਇਮ ਪੇਸ਼ਾ ਕੌਮ ਆ, ਚਾਰ ਚੋਰਾਂ ਧਾੜਵੀਆਂ ਤੇ ਠੱਗਾਂ ਦੀ ਕੌਮ ਹੈ। ਤੇ ਸਰਕਾਰ ਤਾਂ ਇਹ ਬਹੁਤ ਕੁਝ ਕਹਿੰਦੀ ਸੀ। ਬੇਅੰਤ ਸਿੰਘ ਨੇ ਤਾਂ ਭਾਈ ਸਾਡੇ ਬੱਚੇ ਮਾਰ ਕੇ ਤੇ ਸਾਡੀ ਨਸਲ ਕੁਸ਼ੀ ਹੈ, ਮੈਨੂੰ ਵੀ ਮਾਰ ਦੇਣਾ ਸੀਗਾ ਤੇ ਜਥੇਦਾਰ ਕੌਂਕੇ ਨੂੰ ਮੇਰੇ ਸਾਹਮਣੇ ਸ਼ਹੀਦ ਕਰ ਦਿੱਤਾ ਹੈ। ਤੇ ਉਹ ਵੀ ਕਹਿੰਦੀ ਸੀ ਅਸੀਂ ਠੀਕ ਕੀਤਾ ਹੈ। ਤੇ ਸਾਡੇ ਚਰਾਹਿਆਂ ਤੇ ਸਾਡੇ ਪੁਲਾਂ ਤੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਹੈ, ਉਹ ਵੀ ਕਹਿੰਦੀ ਠੀਕ ਹੈ। ਮੋਦੀ ਨੇ 60,000 ਕਿਸਾਨਾਂ ਦਾ ਉਜਾੜਾ ਕਰ ਦਿੱਤਾ ਗੁਜਰਾਤ ਦੇ ਵਿੱਚ। ਉੱਥੇ ਗਏ ਕੋਈ ਕਿਸਾਨ ਯੂਨੀਅਨ ਗਈ ਨਹੀਂ ਗੀ, ਅਸੀਂ ਗਏ ਹਾਂ। ਮਾਨ ਸਾਹਿਬ ਗਏ, ਸਾਡੀ ਟੀਮ ਗਈ ਹੈ, ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਗਏ ਆ। ਅਸੀਂ ਹਾਈ ਕੋਰਟ ਦੇ ਜੱਜ ਨੂੰ ਗਵਰਨਰ ਨੂੰ ਕੇਸ ਜਿੱਤ ਲਿਆ। ਫਿਰ ਮੋਦੀ ਸਾਹਿਬ ਨੇ ਕੇਸ ਸੁਪਰੀਮ ਕੋਰਟ 'ਚ ਕਰਤਾ ਚੀਫ ਮਿਨਿਸਟਰ 2013 'ਚ ਤੇ ਫਿਰ ਉੱਥੇ ਸਟੇ ਨਹੀਂ ਮਿਲਿਆ। ਫਿਰ ਉਹਨੇ ਸਰਕਾਰ ਨੂੰ ਹਦਾਇਤਾਂ ਕਰਤੀਆਂ। ਹੁਣ ਉੱਥੋਂ ਲੋਕੀ ਬੇਘਰ ਹੋ ਰਹੇ ਆ। ਇਹ ਤਾਂ ਫਿਰ ਵੀ ਕਹਿੰਦੇ ਅਸੀਂ ਬੜਾ ਠੀਕ ਕਹਿੰਦਾ। ਇਹਨਾਂ ਦੇ ਮੁਸਲਮਾਨਾਂ 370-35 ਇਹ ਖਤਮ ਕਰਕੇ ਇਹ ਕਹਿੰਦੇ ਅਸੀਂ ਠੀਕ ਕਰਤਾ। ਇਹ ਤਾਂ ਕਹਿੰਦੇ ਅਸੀਂ ਰਾਮ ਮੰਦਿਰ ਦਾ ਜਿਹੜਾ ਨੀਂਹ ਪੱਥਰ ਰੱਖਿਆ, ਜਦੋਂ ਕਿ ਇੱਕ ਪ੍ਰਧਾਨ ਮੰਤਰੀ ਸੰਵਿਧਾਨ ਦੀ ਧਾਰਾ 75 ਦੇ ਤਹਿਤ ਕਿਸੇ ਨਾ ਮੰਦਿਰ ਨਾ ਮਸਜਿਦ ਨਾ ਗਿਰਜਾ ਘਰ ਦਾ ਨੀਂਹ ਪੱਥਰ ਰੱਖ ਹੀ ਨਹੀਂ ਸਕਦਾ ਗਾ ਹੈ। ਉਹਨੇ ਕਾਨੂੰਨ ਦੀਆਂ ਧੱਜੀਆਂ ਡਾਤੀਆਂ, ਉਹ ਕਹਿੰਦੇ ਠੀਕ ਕੀਤੇ ਹੈ। ਤੇ ਸਰਕਾਰ ਤਾਂ ਇਹ ਵੀ ਠੀਕ ਕੀਤੀ ਹੈ। ਜਿਸ ਦਿਨ ਚੋਣਾਂ ਹੋਣ ਲੱਗੀਆਂ ਸੀ 1992 ਦੇ ਕਰੀਬ, ਸ਼ਾਇਦ ਨਰਸਿਮਹਾ ਰਾਓ ਜੀ ਪ੍ਰਧਾਨ ਮੰਤਰੀ ਬਣੇ ਹੀ ਨਹੀਂ ਸੀ। ਸਰਦਾਰ ਸਿਮਰਜੀਤ ਸਿੰਘ ਮਾਨ ਉੱਠ ਰਹੇ, ਮਾਨ ਸਾਹਿਬ ਚੀਫ ਮਿਨਿਸਟਰ ਬਣ ਰਹੇ ਸੀ। ਇੱਕ ਦਿਨ ਪਹਿਲਾਂ ਹੀ ਬਿਨਾਂ ਪ੍ਰਧਾਨ ਮੰਤਰੀ ਤੋਂ ਸਹੁੰ ਚੱਕੇ ਤੋਂ, ਜਦੋਂ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਸੀ, ਉਦੋਂ ਬਾਅਦ ਚੋਣਾਂ ਜਦੋਂ ਹੋਈਆਂ ਤੇ ਉਦੋਂ ਉਹ ਵੀ ਕਹਿੰਦਾ ਮੈਂ ਠੀਕ ਕੀਤਾ। ਹੁਣ ਸਾਡੇ ਸਰਬਜੀਤ ਸਿੰਘ ਦੇ ਗਲਾਂ 'ਚ ਪੱਗ ਲਾਤੀ, ਉਹਨੂੰ ਕੁੱਟਿਆ ਦਿੱਲੀ 'ਚ, ਕਹਿੰਦੇ ਅਸੀਂ ਠੀਕ ਕੀਤਾ। ਸਾਡੇ ਟਰੱਕਾਂ ਵਾਲੇ ਵੀਰ ਸੀ ਗੁਜਰਾਤ 'ਚ, ਉਹਨੂੰ ਪਾਣੀ ਨਹੀਂ ਪੀ ਦਿੱਤਾ ਤੇ ਕਹਿੰਦੇ ਅਸੀਂ ਠੀਕ ਕੀਤਾ। ਕਹਿੰਦੇ SYL ਦਾ ਮੋਰਚਾ ਸੀਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਲਾਇਆ, 2 ਕਰੋੜ ਰੁਪਈਆ ਭਜਨ ਲਾਲ ਤੋਂ ਲੈ ਲਿਆ, ਔਰਬਿਟ ਹੋਟਲ ਬਣਾ ਲਿਆ। ਕੈਪਟਨ ਸਾਹਿਬ ਦੇ ਜਗਵੀਰ ਬਾਲ ਨੇ ਚਾਂਦੀ ਦੀ ਕਹੀ ਦੇ ਨਾਲ ਟੱਪਾ ਲਾ ਤਾ, ਕਹਿੰਦੇ ਅਸੀਂ ਠੀਕ ਕੀਤਾ। ਹੁਣ ਕੈਪਟਨ ਸਾਹਿਬ ਨੇ ਕਹਿੰਦਾ ਬਿੱਲ, ਕਹਿੰਦਾ ਮੈਂ ਆਰਡੀਨੈਂਸ ਜਾਰੀ ਕਰਤਾ, ਕਹਿੰਦਾ ਮੈਂ ਰੱਦ ਕਰਤਾ। MSP ਤਾਂ ਸੈਂਟਰ ਦੇ ਤਹਿਤ ਹੈ। ਜਾਂ ਤਾਂ ਇਹ ਕਵੇ ਵੀ MSP ਮੈਂ ਕਰੂੰਗਾ, ਭਾਅ ਮੈਂ ਲਾਊਂਗਾ, ਏਜੰਸੀਆਂ ਮੈਂ ਰੱਖੂੰਗਾ। ਜੇ ਸੈਂਟਰ 200 ਰੁਪਈਆ ਰੇਟ ਵਧਾਉਂਦੀ ਹੈ, ਮੈਂ 250 ਵਧਾਊਂਗਾ। ਇਸ ਕਰਕੇ ਇਹ ਲਿਫਾਫੇ ਕਰਤੇ ਤਾਂ ਸਭ ਤੋਂ ਮਾੜਾ ਕਾਨੂੰਨ ਬਣਾ ਦਿੱਤਾ। ਹੁਣ ਇਹ ਜਿਹੜੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਸਰਕਾਰਾਂ, ਤੇ ਇਸ ਕਰਕੇ ਜਦੋਂ ਸਰਕਾਰ ਠੀਕ ਕਵੇ ਨਾ ਸਮਝ ਲਓ ਸਰਕਾਰ ਕਿਸਾਨਾਂ ਦੇ ਮਜ਼ਦੂਰਾਂ ਦੇ ਉਲਟ ਹੁੰਦੀ ਹੈ। ਸਰਕਾਰ ਤਾਂ ਇਹ ਵੀ, ਮੋਦੀ ਤਾਂ ਇਹ ਵੀ ਕਹਿੰਦਾ ਮੈਂ SG ਖੋਲ੍ਹ ਕੇ, ਬਿੱਗ ਬਾਜ਼ਾਰ ਖੋਲ੍ਹ ਕੇ, ਆਧਾਰ ਖੋਲ੍ਹ ਕੇ, ਮੋਰ ਖੋਲ੍ਹ ਕੇ ਦੁਕਾਨਦਾਰਾਂ ਦਾ ਕਚੂੰਬਰ ਨਹੀਂ ਕੱਢਿਆ, ਮੈਂ ਠੀਕ ਹੈ। ਇਹ ਤਾਂ ਇਹ ਵੀ ਕਹਿੰਦੇ ਆ ਟਰਾਂਸਪੋਰਟਾਂ ਨੂੰ, ਕੈਪਟਨ ਸਾਹਿਬ ਦੀਆਂ ਟਰਾਂਸਪੋਰਟਾਂ ਦੀ ਯੂਨੀਅਨ ਤੋੜ ਕੇ, ਬਾਦਲ ਸਾਹਿਬ ਨੇ ਯੂਨੀਅਨ ਦੇ ਕਰਿੰਦੇ ਆਪਣੇ ਟਰਾਂਸਪੋਰਟਾਂ ਦੇ ਵਿੱਚ ਬਿਠਾ ਕੇ ਉਹਨਾਂ ਦੀ ਨਸਲਕੁਸ਼ੀ ਕਰਕੇ ਉਹਨਾਂ ਨੂੰ ਘਸੇਰੇ ਬਣੇ, ਕਹਿੰਦੇ ਠੀਕ ਕੀਤਾ। ਇਹ ਸਾਰੇ ਠੀਕ ਹੈ। ਪ੍ਰਕਾਸ਼ ਸਿੰਘ ਬਾਦਲ ਤਾਂ ਵੀ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸਰਸੇ ਵਾਲੇ ਸਾਧ ਦੀ ਮਦਦ ਕਰਕੇ ਮੈਂ ਠੀਕ ਕੀਤਾ। ਹੁਣ ਲੌਂਗੋਵਾਲ ਤੇ ਬਾਦਲ ਪਹਿਲਾਂ ਕਹਿੰਦਾ 257 267 ਸਰੂਪ ਹੈ, ਫਿਰ ਨਹੀਂ ਪਤਾ ਲੱਗਿਆ। ਫਿਰ ਕਹਿੰਦੇ 328 ਹੈ, ਫਿਰ ਨਹੀਂ ਪਤਾ 453, ਕਹਿੰਦੇ ਸਾਰਾ ਕੁਝ ਠੀਕ ਕੀਤਾ ਸੀ। ਇਹ ਤਾਂ ਠੀਕ ਕਹੀ ਜਾਂਦੇ ਆ, ਪਰ ਕੌਮ ਦਾ ਹਾਲਤ ਕੀ ਹੈ? ਜੇ ਠੀਕ ਕੀਤਾ ਹੁੰਦਾ ਭਾਈ ਸਾਹਿਬ, ਅਸੀਂ ਭਾਰਤ ਦੇ ਲੋਕ ਆ, ਵੀਰ ਦਾ ਪੀਪਲ ਆਫ ਇੰਡੀਆ, ਇੱਥੇ ਰਹਿੰਦੇ ਆ, ਅਸੀਂ ਕਹਿੰਦੇ ਨਹੀਂ ਚੱਲ ਕਾਨੂੰਨ ਚਾਹੀਦਾ ਤੇ ਲੋਕਾਂ ਦੀ ਰਾਏ ਤੋਂ ਬਗੈਰ ਨਹੀਂ ਲੈ ਸਕਦਾ। ਤੇ ਫਿਰ ਸੁਪਰੀਮ ਕੋਰਟ ਜਿਹੜੀ ਹਾਈ ਕੋਰਟ ਹੈ, ਰਾਮਦੇਵ ਇਹਨਾਂ ਦਾ ਬਾਬਾ ਇੱਕ ਹੱਡੀਆਂ ਪੀ ਕੇ ਦਿੰਦਾ, ਕਰੋੜਾਪਤੀ ਬਣ ਗਿਆ ਹੈ। ਮੋਦੀ ਨੇ ਉਹਨੂੰ ਬਹੁਤ ਵੱਡੀਆਂ ਸਹੂਲਤਾਂ ਦਿੱਤੀਆਂ, ਕਰਜ਼ਾ ਮਾਫ ਕਰਤਾ ਦਾ। ਉਹ ਹਬੋਰ ਦੇ ਵਿੱਚੋਂ ਜੂਸ ਸੀਸੀਆਂ ਤੇ ਭਰਾਈ ਜਾਂਦਾ ਜੂਸ ਉੱਥੋਂ, ਇੱਥੇ ਕਹਿੰਦਾ ਮੇਰਾ ਹੈਗਾ ਆਰਗੈਨਿਕ ਹੈ। ਇਹ ਫਿਰ ਇਸ ਬੰਦੇ ਨੇ ਬੀਬੀ ਬੁੜੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ, ਜਦੋਂ ਲੋਕਪਾਲ ਬਿੱਲ ਦੀ ਭੱਜ ਗਿਆ। ਤੇ ਹਾਈ ਕੋਰਟ ਤੜਕੇ ਪਤਾ ਕੀ ਕਹਿੰਦੀ ਆ, ਕਹਿੰਦਾ ਫਾਲਣ ਹੋ DCP ਨੂੰ, ਕਹਿੰਦਾ ਬਾਬੇ ਇਹਨੂੰ ਨਹੀਂ ਕਹਿਣਾ, ਨਾਲੇ ਬੁੜੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ, ਰਕਾਬਗੰਜ ਰੁਕ ਗਿਆ, ਸ਼ਰਮ ਐਡੀ ਆਈ। ਹੁਣ ਹਿੰਦੂਆਂ ਨੂੰ ਸ਼ਰਮ ਤਾਂ ਨਹੀਂ ਆਈ, ਸਾਨੂੰ ਤਾਂ ਆ ਗਈ ਵੀ ਇੱਕ ਬੰਦਾ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਜਾਵੇ। ਤੇ ਇਹ ਕਹਿੰਦੇ ਇਹ ਠੀਕ ਹੈ। ਇਹ ਕਿਵੇਂ ਠੀਕ ਹੈ? ਉਧਰ ਕੇਜਰੀਵਾਲ ਕਹਿੰਦਾ ਕਿ ਮੈਂ 250 ਫੁੱਟ ਦਾ ਨਿਰੰਕਾਰੀ ਦਾ ਬੁੱਤ ਲਾ ਦੂੰ, ਉਹ ਵੀ ਠੀਕ ਹੈ। ਤੇ ਕੁਮਾਰ ਵਿਸ਼ਵਾਸ ਕਹਿੰਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਭਸਮਾਂ ਸੁਰ ਦੈਂਤ ਹੈ। ਤੇ ਇੰਦਰਾ ਗਾਂਧੀ ਚੰਡੀ ਬਣ ਕੇ ਆਈ, ਉਹਨੇ ਸੰਤਾਂ ਨੂੰ ਖਤਮ ਕਰਤਾ, ਦੈਂਤ ਹੀ ਨਹੀਂ ਪੈਦਾ, ਉਹਨੇ ਕਹਿੰਦੇ ਉਹ ਠੀਕ ਹੈ। ਉਹਦਾ ਕਹਿੰਦਾ ਮੈਂ ਬੁੱਤ ਲਾ ਦੂੰਗਾ, ਇਹ ਠੀਕ ਹੈ। ਤੇ ਫਿਰ ਇਹ ਤਾਂ ਸਾਰੇ ਕਹੀ ਜਾਂਦੇ ਆ। ਇਹ ਤਾਂ ਮੋਦੀ ਨੇ ਸਾਡੇ ਕਿਸਾਨਾਂ ਦਾ ਸੀ ਜਿਹੜਾ ਪਰਾਲੀ ਤੇ ਕਰੋੜ ਰੁਪਈਆ ਰੱਖਤਾ ਜੁਰਮਾਨਾ 5 ਸਾਲ, ਕੇਜਰੀਵਾਲ ਤੋਂ ਵੀ ਕਹੀ ਜਾਂਦਾ।
ਠੀਕ ਹੈ। ਕੇਜਰੀਵਾਲ ਤਾਂ ਇਹ ਵੀ ਕਹੀ ਜਾਂਦਾ ਹੈ ਕਿ ਜਿਹੜੇ 84 ਦੇ ਵਿੱਚ ਕਤਲੇਆਮ ਹੋਇਆ, ਇਹ ਕਹਿੰਦਾ ਦੰਗੇ ਹੋਏ ਤਾਂ ਕਤਲੇਆਮ ਆ, ਦੰਗੇ ਤਾਂ ਦੋਨਾਂ ਤਰ੍ਹਾਂ, ਕਹਿੰਦਾ ਉਹ ਵੀ ਠੀਕ ਹੈ। ਕਲੀਨ ਚਿੱਟ ਦਿੱਤਾ, ਕਲੀਨ ਚਿੱਟ ਦੇ ਕੇ ਕੀ, ਉਹ ਕਹਿੰਦਾ ਜਿਹੜੇ ਜੇਲ੍ਹਾਂ 'ਚ ਜਗਦੀਸ਼ ਟਾਈਟਲ ਹੈ, ਚਕਿਲ ਭਗਤ, ਕਮਲਨਾਥ ਜਿਹੜੇ ਸਾਰੇ ਰਹਿੰਦੇ ਆ ਉਹਨਾਂ ਨੂੰ ਵੀ ਕਲੀਨ ਚਿੱਟ ਦੇ ਗਿਆ। ਇਹ ਸਾਰੇ ਠੀਕ ਕਹੀ ਜਾਂਦੇ ਆ। ਤੇ ਇਹਨਾਂ ਤਾਂ ਮਤੇ ਹੀ ਨਹੀਂ ਪਾਸ ਕੀਤੇ, ਨਾ ਕੈਪਟਨ ਨੇ ਮਤਾ ਪਾਸ ਕੀਤਾ, ਨਾ ਗਲੋਤ ਨੇ, ਨਾ ਇਹਨਾਂ ਨੇ, ਨਾ ਕਿਸੇ ਨੇ ਕੀਤਾ ਨਹੀਂ। 5 ਮੁੱਖ ਮੰਤਰੀ ਬੁਲਾਏ ਸੀ, ਉਹਦੇ ਵਿੱਚ ਕੈਪਟਨ ਸਾਹਿਬ ਨੂੰ ਬੁਲਾਇਆ ਸੀ, ਮਨਪ੍ਰੀਤ ਗਿਆ, ਉਸ ਤੋਂ ਬਾਅਦ ਕੇਜਰੀਵਾਲ ਗਿਆ, ਹਰਿਆਣੇ ਦਾ ਗਿਆ, ਖੱਟੜ ਗਿਆ, ਹਿਮਾਚਲ ਦਾ ਗਿਆ, ਰਾਜਸਥਾਨ ਦਾ ਗਲੋਤ ਗਿਆ, ਤੇ ਮਨਪ੍ਰੀਤ ਤੇ ਕਾਹਨ ਸਿੰਘ ਪੰਨੂ ਗਿਆ। ਉਹ ਤੇ ਕਹਿੰਦਾ ਠੀਕ ਹੈ, ਉੱਥੇ ਇੱਕ ਝੰਡੀ ਦੇ ਕੇ ਆਇਆ। ਇਹ ਜਿਹੜਾ ਬਿੱਲ ਸੀ ਨਾ, ਇਹ ਡੰਕਲ ਤੇ ਜਵੀਜ਼ਾਂ ਸੀ, ਗੈਟ ਸਮਝੌਤਾ ਸੀ। ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ। ਹੁਣ ਜਿਹੜੇ ਕਾਮਰੇਡ 13 ਜਥੇਬੰਦੀ ਧਰਨਾ ਲਈ ਬੈਠੇ ਆ, ਉਹ ਤਾਂ ਡੰਕਲ ਤੇ ਜਵੀਜ਼ਾਂ ਤੇ ਉਹਦੇ ਨਾਲ ਖੜੇ ਸੀ। ਸਾਰੇ ਇੰਡੀਆ ਨੇ ਕੀਤਾ ਮੁਜ਼ਾਹਰਾ, ਅਸੀਂ ਵੀ ਕੀਤਾ, ਤੇ ਕਾਮਰੇਡ ਨੇ ਕੀਤਾ ਹੀ ਨਹੀਂ, ਕਿਉਂਕਿ ਡੰਕਲ ਤੇ ਜਵੀਜ਼ਾਂ ਕਿੱਥੋਂ ਆਈਆਂ? ਉਹ ਗੈਟ ਸਮਝੌਤਾ ਹੋਇਆ, ਉਹਦੇ ਵਿੱਚ ਬਾਸਪਤੀ ਹੈ ਜਿਹੜੀ, ਉਹ ਪੇਟੈਂਟ ਹੋਈ ਆਪਣੀ ਇੰਡੀਆ ਦੀ। ਜੇ ਹੁਣ ਇੰਡੀਆ ਦੀ ਬਾਸਪਤੀ ਅਮਰੀਕਾ ਕਹੇ ਮੈਂ ਨਹੀਂ ਲੈਣੀ, ਚਾਈਨਾ ਕਹੇ ਮੈਂ ਨਹੀਂ ਲੈਣੀ, ਉਹਨੂੰ ਲੈਣੀ ਪਊਗੀ, ਕਿਉਂਕਿ ਸਮਝੌਤਾ ਹੋ ਗਿਆ, ਲੈਣੀ ਪਊਗੀ। ਝੋਨਾ ਨਹੀਂ ਕਰਾਇਆ, ਝੋਨਾ ਤਾਂ ਅਮਰੀਕਾ ਕਰਾ ਗਿਆ, ਕਣਕ ਵੀ ਅਮਰੀਕਾ ਕਰਾ ਗਿਆ। ਆਹ ਜਿਹੜਾ ਸੀਮਨ ਆਉਂਦਾ ਗਾਈਆਂ ਦੇ, ਕੀ ਟੀਕਾ ਆਉਂਦਾ, ਉਹ ਵੀ ਕਰਾ ਗਿਆ। ਹੁਣ ਕਿਸਾਨੀ ਉਹਨੇ ਰੌਲਾ ਪਾਈ ਜਾਂਦੇ, ਵੇਖੋ ਵੱਛੀ ਸਾਡੀ ਆ, ਟੀਕਾ ਇਹਨਾਂ ਦਾ, ਸਾਡੀ ਵੱਛੀ 'ਤੇ ਵੀ ਕਬਜ਼ਾ ਕਰੇ। ਵੱਛੀ 'ਤੇ ਕਬਜ਼ਾ ਕਰਨ ਵਾਲੇ ਨੇ ਪਹਿਲਾਂ ਵੋਟਾਂ ਉਹਨਾਂ ਨੂੰ ਪਾਤੀਆਂ। ਹਰਕਰਸਨਜੀਤ ਜਿਹੜਾ ਸੀ, ਉਹਨੇ ਵੋਟਾਂ ਪਵਾਈਆਂ, ਉਹਨੇ ਸਹਿਮਤੀ ਦਿੱਤੀ। ਨਬੂਰ ਦੀ ਪਾਰ ਹੈ ਜਿਹੜਾ ਇਹਨਾਂ ਦਾ ਬ੍ਰਾਹਮਣ ਹੈ, ਉਹਨੇ ਦਿੱਤੀ। ਇਹ ਸਾਰਾ ਕੁਝ ਜਾ ਕੇ ਹੁਣ ਕਹਿੰਦੇ ਰੌਲਾ ਪਾਈ ਜਾਂਦੇ ਨੇ, ਜਵਾਬ ਦੇਣ ਖਾਂ। ਹੁਣ ਕਾਮਰੇਡ ਆ ਸਾਰੇ ਜਿਹੜੇ ਕਹਿੰਦੇ ਆ ਇਨਕਲਾਬ ਜਿੰਦਾਬਾਦ, ਉਹ ਦੀਪ ਸਿੱਧੂ ਦੇ ਇਨਕਲਾਬ ਹੀ ਹੁੰਦਾ। ਇਹ ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾ ਪਤਾ ਕੀ ਆ? ਉਹਨੇ ਇਨਕਲਾਬ ਜਿੰਦਾਬਾਦ ਨੇ ਸਾਰਾ ਦਰਬਾਰ ਸਾਹਿਬ ਢਾਇਆ। ਉਹ ਟੇਢੇ ਢੰਗ ਨਾਲ ਕਹਿ ਰਿਹਾ ਕਿ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਨਾ, ਉਦੋਂ ਰੂਸ ਨੇ, ਉਹ ਜਿਹੜੇ ਕਾਮਰੇਡ ਆ ਉਹਨਾਂ ਨੇ ਸਾਥ ਦਿੱਤਾ, ਬਰਤਾਨੀਆ ਨੇ ਸਾਥ ਦਿੱਤਾ, ਬਾਦਲ ਨੇ ਸਾਥ ਦਿੱਤਾ, ਇਹ ਅਡਵਾਨੀ ਨੇ ਸਾਥ ਦਿੱਤਾ। ਉਹਨਾਂ ਨੇ ਕੀ ਕਿਹਾ, ਤੂੰ ਦੁਰਗਾ ਮਾਤਾ ਹੈ ਸਾਡੀ, ਦੇਰ ਨਾ ਕੀਤਾ ਦੁਰਸਤ ਕੀਤਾ। ਅਡਵਾਨੀ ਨੇ ਕਿਤਾਬ ਲਿਖੀ ਮਾਈ ਕੰਟਰੀ ਮਾਈ ਲਾ, ਉਹਦੇ 'ਚ ਕਿਹਾ। ਹੁਣ ਕੋਈ ਹਿੰਦੂ ਵੀ ਬੋਲਿਆ, ਉਹਨਾਂ ਨੇ ਵੇਖ ਲਓ ਇੰਦਰਾ ਗਾਂਧੀ ਕਿੱਡੀ ਮਾੜੀ ਔਰਤ ਸੀ, ਕਰੈਕਟਰਲੈਸ ਸੀਗੀ, ਸਾਰਾ ਕੁਛ ਸੀ। ਪਹਿਲਾਂ ਤਾਂ ਉਹਨੇ ਪਾਰਸੀ ਨਾਲ ਵਿਆਹ ਕਰਾ ਲਿਆ, ਤੇ 50% ਰਾਜੀਵ ਗਾਂਧੀ ਦਾ ਖੂਨ ਰਹਿ ਗਿਆ। ਰਾਜੀਵ ਗਾਂਧੀ ਨੇ ਗਾਂ ਕਰਾ ਲਿਆ ਇਟਾਲੀਅਨ, 25% 75% ਤੱਕ ਖੂਨ ਹੀ DNA ਬਦਲ ਗਿਆ। ਤੇ ਇਹਨਾਂ ਨੇ ਦੱਸੋ ਕਿਸੇ ਨੇ ਕਿਹਾ ਵੀ ਦੁਰਗਾ ਮਾਤਾ ਨੂੰ ਕਿਉਂ ਕਿਹਾ ਤੂੰ ਹੈ? ਕਿਸੇ ਹਿੰਦੂ ਬੋਲੇ ਵੀ ਦੁਰਗਾ ਮਾਤਾ ਬਾਰੇ ਕਹਿੰਦਾ ਆਪਾਂ ਤੁਲਨਾ ਕਰੀਏ, ਜਿਵੇਂ ਹੁਣ ਬੇਅੰਤ ਸਿੰਘ ਦੀ ਤੁਲਨਾ ਕਰਤੀ, ਕਿਹਨੇ ਕਰਤੀ? ਬਾਲਮਕੰਦ ਨੇ, ਕਹਿੰਦਾ ਇਹ ਗੁਰੂ ਨਾਨਕ ਵਰਗੇ ਆਏ ਹੈ। ਹਰਮਿੰਦਰ ਸਿੰਘ ਨੇ ਗੁਰੂ ਨਾਨਕ ਦਾ ਰੂਪ ਹੈ। ਅਸੀਂ ਫਿਰ ਵਿਰੋਧ ਕੀਤਾ, ਅਸੀਂ ਕਿਹਾ ਤੂੰ ਕੌਣ ਹੈ ਕਹਿਣ ਵਾਲਾ? ਇਸ ਕਰਕੇ ਵਿਰੋਧ ਕੀਤਾ। ਕਿਸੇ ਹਿੰਦੂ ਨੇ ਵਿਰੋਧ ਕੀਤਾ, ਉਹਨੂੰ ਕਰਨਾ ਚਾਹੀਦਾ। ਉਹਨੇ ਵਿਰੋਧ ਤਾਂ ਨਹੀਂ ਕੀਤਾ ਕਿ ਜਿਹੜੀ ਬ੍ਰਾਹਮਣਵਾਦੀ ਸੋਚ ਹੈ ਨਾ, ਇਹਨੇ ਦਰਬਾਰ ਸਾਹਿਬ ਸਾਡਾ ਢਾਇਆ। ਇਹ ਗੰਗੂ ਨੇ ਪਹਿਲਾਂ ਕੀਤਾ ਸਾਰਾ ਕੁਝ। ਹੁਣ ਇੰਦਰਾ ਗਾਂਧੀ ਵੀ ਬ੍ਰਾਹਮਣੀ ਹੋ ਗਈ। ਉਸ ਤੋਂ ਬਾਅਦ ਕਾਮਰੇਡ ਵੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਨਮੂਰ ਦੀ ਪਾਰ, ਉਹ ਵੀ ਬ੍ਰਾਹਮਣ ਹੈ। ਇਹ ਸਾਰੇ ਬ੍ਰਾਹਮਣਾਂ ਨੇ ਸਾਡੇ ਤੇ ਕਬਜ਼ਾ ਕਰ ਲਿਆ। ਇਹ ਜਿਹੜੇ ਬ੍ਰਾਹਮਣ ਆ ਚਾਹੁੰਦਾ ਹੈ, ਜਿਹੜਾ 3.5% ਤੁਹਾਨੂੰ ਠੋਕਣਾ ਚਾਹੁੰਦਾ ਹੈ, ਉਹ ਤਾਈਆਂ ਤਾਂ ਹੁਣ ਇਹ ਬੋਲਦੇ ਨਹੀਂ, ਸਾਰੇ ਰਲੇ ਹੋਏ ਆ। ਹਾਂ, ਹੁਣ ਵੀ ਕਿਸਾਨਾਂ ਦੇ ਬਾਰੇ ਕੌਣ? ਹੁਣ ਤੁਸੀਂ ਦੇਖੋ, ਆਪਾਂ ਆਪਸ ਵਿੱਚ ਬੈਠੇ ਹਾਂ। ਰਾਜੀਵ ਗਾਂਧੀ ਦਾ ਮੁੰਡਾ ਸੀ, ਰਾਹੁਲ ਗਾਂਧੀ ਘਰੇ ਨਿਕਲਿਆ ਸੀ, ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਵੇਖ ਲਓ, ਉਹਨੂੰ ਰਾਜ ਅਜੇ ਤੱਕ ਨਹੀਂ ਆਇਆ ਹੈਗਾ। ਹੁਣ ਉਹ ਕਹਿੰਦਾ ਉਹਨਾਂ ਨੇ ਸਿੱਖਾਂ ਨੂੰ ਰੋਲਿਆ, ਗਲੀਆਂ 'ਚ ਰੋਲੇ ਸਿੱਖ, ਕੀਰ ਨੇ ਪਾਏ। ਨਵੰਬਰ 31 'ਚ ਕੀ ਹੋਇਆ? ਰਾਜੀਵ ਗਾਂਧੀ ਕਹਿੰਦਾ ਇੱਕ ਵੱਡਾ ਦਰਖਤ ਦਿੱਤਾ, ਧਰਤੀ ਹਿਲਦੀ ਹੈ, ਕੰਬਦੀ ਹੈ। ਧਰਤੀ ਕੰਬ ਗਈ। ਫਿਰ ਜਦੋਂ ਧਰਤੀ ਇਹਨਾਂ ਦੀ ਉੱਥੇ ਕੰਬੀ, ਜਦੋਂ ਇੰਦਰਾ ਗਾਂਧੀ ਧਰਤੀ ਕੰਬੀ, ਉਦੋਂ ਫਿਰ ਇਹ ਸਾਰਾ ਕੁਝ ਸੋਚੋ। ਇਹ ਕੀ ਆ? ਹੁਣ ਪੰਜਾਬ 'ਚ ਕੀ ਲੈਣਾ ਸੀ? ਪੰਜਾਬ ਦੀਆਂ ਗਲੀਆਂ 'ਚ ਤੋਰਤਾ, ਗਲੀਆਂ 'ਚ ਤੁਰਿਆ। ਇਹ ਰੱਬ ਦੇ ਰੰਗ ਵੇਖੋ, ਕਿਤੇ ਬੋਲਦੇ ਨਹੀਂ, ਗਲੀਆਂ 'ਚ ਤੁਰਿਆ ਫਿਰਦਾ। ਇਹ ਮੈਂ ਮੋਦੀ ਨੂੰ ਕਹਿਣਾ ਚਾਹੁੰਦਾ, ਮੋਦੀ ਨੂੰ ਹੋਸ਼ ਵਿੱਚ ਆਉਣਾ ਚਾਹੀਦਾ। ਇਹ 3 ਜਿਹੜੇ ਕਾਲੇ ਕਾਨੂੰਨ ਆ ਨਾ, ਇਹ ਕੰਟਰੈਕਟ ਫਾਰਮਿੰਗ ਹੋ ਗਏ ਵੱਡੇ। ਆ ਜਿਹੜੇ ਤੁਹਾਡੇ ਅਸੀਂ ਆਪਾਂ ਸਾਰੇ ਬੰਦੇ ਆ ਨਾ, ਇਹਨਾਂ ਨੂੰ ਕੀ ਕਰਨਾ ਨੇ? ਇਹ ਤੁਹਾਡੇ ਘੱਟ ਰੇਟ ਕਰਕੇ ਇਹਨੂੰ ਕਰਜ਼ਾਈ ਕਰ ਲੈਣਾ। ਵੱਡੇ ਫਾਰਮ ਹੈ, ਫਿਰ ਸਾਨੂੰ ਨੌਕਰੀ ਰੱਖਣਗੇ। ਨੌਕਰੀ ਰੱਖ ਕੇ ਇਹਦੀ ਪਾਲਿਸੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਮੁਜ਼ਾਹਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਉਹ ਬਾਬਾ ਬੰਦਾ ਬਹਾਦਰ ਦੀ ਸਿੱਖ ਰਾਜ ਦੀ ਪਾਲਿਸੀ ਨੂੰ ਤੋੜਨਾ ਇਹਨਾਂ ਨੇ ਕਿ ਅਸੀਂ ਮਾਲਕ ਬਣਾਇਆ। ਉਦੋਂ ਮੁਜ਼ਾਹਰੇ ਹਿੰਦੂ ਮੁਸਲਮਾਨ ਸਾਰੇ ਜਾ ਰਹੇ ਸੀ, ਉਹਨਾਂ ਨੇ ਬਰਾਬਰ ਕਰਤਾ। ਇਹ ਉਸ ਤੋਂ ਬਾਅਦ ਇੱਕ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਹ ਐ ਨਹੀਂ ਹੋ ਰਿਹਾਗਾ ਵੀ ਅੱਜ ਕਿਸਾਨ ਅੰਦੋਲਨ ਹੈ। ਫਿਰ ਮੈਂ ਤੁਹਾਨੂੰ ਅੱਗੇ ਦੱਸ ਗਿਆ ਕਬਜ਼ੇ ਕਿਉਂ ਕੀਤੇ ਸਾਡੇ। ਹੁਣ ਅਸੀਂ ਰਾਜਸਥਾਨ ਜ਼ਮੀਨ ਨਹੀਂ ਖਰੀਦ ਸਕਦੇ, ਜਦੋਂ ਕਾਨੂੰਨ ਹੈ ਤੁਸੀਂ ਰਾਜਸਥਾਨ 'ਚ ਕਿਉਂ ਨਹੀਂ ਖਰੀਦ ਸਕਦੇ? ਸਾਡੇ ਜਿਹੜਾ ਮਰਜ਼ੀ ਆ ਕੇ ਖਰੀਦ ਲੇ। ਹਾਂ, ਉਹ ਨਹਿਰਾਂ ਹਰੀਕੇ ਪੱਤੇ ਨਹਿਰਾਂ ਵੀ ਸਾਡੀਆਂ, ਪਾਣੀ ਵੀ ਸਾਡਾ, ਜਗ੍ਹਾ ਵੀ ਸਾਡਾ, ਅਸੀਂ ਕਿਉਂ ਨਹੀਂ ਲਾ ਸਕਦੇ? ਹਰ ਇੱਕ ਥਰਮਲ ਪਲਾਂਟ ਹੈ ਰਾਜਪੁਰੇ, ਇੱਕ ਹੈਗਾ ਆਪਣੇ ਥਰਮਲ ਪਲਾਂਟ ਬਣ ਵਾਲੀ, ਇੱਕ ਹੈ ਗੋਇੰਦਵਾਲ ਸਾਹਿਬ। ਇਹ ਜ਼ਮੀਨ ਵੀ ਸਾਡੀ, ਪੋਲੂਸ਼ਨ ਵੀ ਸਾਡਾ, ਬਿਜਲੀ ਸਾਨੂੰ ਮਿਲਦੀ ਹੈ 29%। ਪੋਲੂਸ਼ਨ ਗੰਦ ਇੱਥੇ ਪੈ ਰਿਹਾ, ਜ਼ਮੀਨ ਸਾਡੀ ਹੈ। ਤੇ ਹੁੰਦੀ 4 ਰੁਪਏ 29 ਪੈਸੇ, ਸਾਡੇ ਕੋਲ 9.5 ਨੂੰ
9.25 ਰੁਪਏ ਮਿਲਦੀ ਹੈ। ਇਹ ਥਰਮਲ ਪਲਾਂਟ ਜਦੋਂ ਲੋੜ ਹੀ ਨਹੀਂ ਸਾਨੂੰ, ਥਰਮਲ ਪਲਾਂਟ ਸਾਡਾ ਪਾਣੀ ਵਾਲਾ ਲੱਗ ਸਕਦਾ, ਉਹ ਸੈਂਟਰ ਨੇ ਸਾਡੇ ਤੋਂ ਕਬਜ਼ਾ ਕਰ ਲਿਆ। ਅਸੀਂ ਹਰੀਕਾ ਪੱਤਨ ਦਾ ਨਾ ਜਿਹੜਾ ਥੱਲੇ ਵੀ ਮਾੜਾ ਵੀ ਘੁਮਾਉਣਾ ਹੈ, ਦਿੱਲੀ ਤੋਂ ਬਗੈਰ ਘੁਮਾ ਹੀ ਨਹੀਂ ਸਕਦੇ। ਹੁਣ ਸਾਡੇ ਲੀਡਰ ਇੰਨਾ ਚਿਰ ਬਾਦਲ ਹੈ, ਟੌੜਾ ਹੈ, ਸਾਰੇ ਹੈ, ਇਹ ਅਸੀਂ ਇਹ ਜਿਹੜੀਆਂ ਨਹਿਰਾਂ ਹਰੀਕੇ ਮੋਗਾ ਲਾਉਣਾ, ਇਹ ਕੀ ਕਰਵਾ ਦੇਣਗੇ? ਤਾਂ ਮੋਗਾ ਨਹੀਂ ਲਾ ਸਕਦੇ। ਸਾਡਾ ਪਾਣੀ ਹੋਵੇ, ਰਿਪੇਰੀਆਂ ਦੀ ਧਾਰਾ ਲਾਅ ਦੀ 246 ਕਹਿੰਦੀ ਹੈ, ਜਿਹੜੇ ਦੇਸ਼ ਦੇ ਵਿੱਚ ਨਦੀਆਂ ਨਾਲੇ ਲੰਘਦੇ ਆ, ਜੇ ਉਹਦਾ ਸੂਬਾ ਭਾਗੀਦਾਰ ਆ ਦੁੱਖ ਸੁੱਖ ਦਾ, ਤੇ ਫਿਰ ਉਹ ਉਹਦੇ ਫਾਇਦੇ ਦਾ ਵੀ ਭਾਗੀਦਾਰ ਹੈ। ਹੁਣ ਹੜ੍ਹ ਆਉਂਦੇ, ਸਾਡੀ ਜ਼ਮੀਨਾਂ ਖਤਮ ਹੋ ਜਾਂਦੀਆਂ, ਗਰੀਬਾਂ ਦੇ ਘਰ ਢਹਿ ਜਾਂਦੇ ਆ, ਤੇ ਪਾਣੀ ਇਹ ਲੈ ਜਾਂਦੇ ਆ, ਤੇ ਤੁਸੀਂ ਦੱਸੋ ਕਦੇ ਤੁਹਾਨੂੰ ਹੱਕ ਮਿਲਿਆ? ਦੂਜੇ ਪਾਸੇ ਇੱਕ ਮਕੇਰੀਆਂ ਤੋਂ ਕਾਂਗੜੇ ਤੋਂ ਹਾਈਡਲ ਪ੍ਰੋਜੈਕਟ ਹੈ, ਉਹਦੇ 'ਚ ਜ਼ਮੀਨ ਕਾਂਗੜੇ ਵਾਲਿਆਂ ਦੀ ਆ ਗਈ, ਜ਼ਮੀਨ ਆ ਗਈ, ਉਹਦੇ ਵੱਟੇ ਇਹਨਾਂ ਨੇ ਰਾਜਸਥਾਨ ਮੁਰੱਬੇ ਦਿੱਤੇ। ਤੇ ਜਿਹੜੀ ਵੱਡੀਆਂ ਨਹਿਰਾਂ ਸਾਡੇ ਪੰਜਾਬ ਦੀ ਜ਼ਮੀਨ 'ਚੋਂ ਨਿਕਲਦੀਆਂ, ਜ਼ਮੀਨ ਵੀ ਸਾਡੀ ਆ, ਪਾਣੀ ਆ, ਸੇਮ ਵੀ ਮਰਦੇ ਆ, ਉਹ ਜ਼ਮੀਨਾਂ ਦੇ ਬਦਲੇ ਸਾਨੂੰ ਜ਼ਮੀਨ ਕਿਤੇ ਦਿੱਤੀ ਹੈ ਕੋਈ? ਸਾਨੂੰ ਤਾਂ ਦਿੱਤੀ ਨਹੀਂ, ਉਹਨੂੰ ਦਿੱਤੀ, ਮੁਰੱਬੇ ਦਿੱਤੇ। ਇਹਦੇ ਵੱਟੇ ਕੀ ਦਿੱਤਾ? ਨਾਲੇ ਪੈਸੇ ਵੀ ਦਿੱਤੇ, ਨਾਲੇ ਉਹ ਵੀ ਦਿੱਤਾ ਵੀ ਉੱਥੋਂ ਆ ਰਿਹਾ। ਫਿਰ ਸਾਡਾ ਵੀ ਪਾਣੀ ਸਾਡੀ ਵਰਖ ਦਾ ਸਾਨੂੰ ਕਿਉਂ ਦਿੱਤਾ? ਹੁਣ ਵੇਖੋ ਸਾਡੇ ਦਰਿਆ ਗੰਦੇ ਕਰਤੇ ਆ, ਦਰਿਆਵਾਂ 'ਚ ਆ ਗੰਦਾ ਪਾਣੀ ਨਿਕਲਿਆ, ਸਾਡੇ ਤੇ ਪੋਲੂਸ਼ਨ ਸਾਡਾ ਤਾਂ ਕਦੇ ਖਿਆਲ ਹੈਗਾ? ਤੇ ਫਿਰ ਆ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ, ਮੋਦੀ ਦੱਸੇਗਾ, ਆ ਜਿਹੜੀ ਚੱਲ ਰਹੀਆਂ ਹੈ ਐਡੀਆਂ ਵੱਡੀਆਂ ਵੱਡੀਆਂ ਫੈਕਟਰੀਆਂ, ਉਹਨਾਂ ਨੂੰ ਜੁਰਮਾਨਾ ਕਿਉਂ ਨਹੀਂ ਪਾਇਆ ਬਈ? ਤੇ ਫਿਰ ਆ ਇਹ ਸਾਰਾ ਕੁਝ ਹੋ ਰਿਹਾ। ਇਹ ਕੈਪਟਨ ਸਾਹਿਬ ਨੇ ਨਵਾਂ ਹੀ ਚੰਦ ਚਾੜਤਾ। ਕਿਸਾਨ ਜਥੇਬੰਦੀਆਂ ਜਿਹੜੀਆਂ, ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਭਾਈ ਦਿੱਲੀ ਨਾ ਜਾਓ। ਪਹਿਲਾਂ ਕਿਸਾਨ ਜਥੇਬੰਦੀਆਂ 33 ਹੈ, 30 ਜਥੇਬੰਦੀਆਂ ਗਈ, ਕਿੱਥੇ ਗਈਆਂ? ਦਿੱਲੀ ਗਈਆਂ ਕਿ ਨਹੀਂ ਗਈਆਂ? 7 ਮੈਂਬਰ ਗਏ ਕਿ ਨਹੀਂ ਗਏ? ਫਿਰ ਇਹਨਾਂ ਦੇ ਕੋਲ ਕੀ ਏਜੰਡਾ ਸੀ? ਲਿਖਤੀ ਹੈਗਾ ਸੀ? ਕੋਈ ਸਾਇਨ ਸੀ? ਕਿਹੜੇ ਅਫਸਰ ਤੇ ਕਲਰਕ ਨਾਲ ਗੱਲ ਹੋਣੀ ਹੈ? ਪਹਿਲਾਂ ਤਾਂ ਇਹ ਰੱਦ ਕਰਦਾ ਨੇ, ਜਦੋਂ ਉਹਦੇ ਤੇ ਆ ਗਿਆ ਵੀ ਅਫਸਰ ਨਾਲ, ਹੁਕੂਮਤ ਨਾਲ ਗੱਲ ਹੋਣੀ ਚਾਹੀਦੀ ਹੈ। ਵਸ ਤਾਂ ਐਗਰੀਕਲਚਰ ਮਿਨਿਸਟਰ ਦੇ ਵੀ ਨਹੀਂ ਗਿਆ, ਉਹ ਹੁਕੂਮਤ ਆ, ਪਰ ਮੋਦੀ ਦੇ ਵਸ ਵੀ ਹੈ ਨਹੀਂਗਾ, ਵਸ ਤਾਂ ਹੈਗਾ ਭਾਗਵਤ ਦੇ, ਉਹਦੇ ਮੁਤਾਬਕ ਹੀ ਚੱਲਣਾ ਹੈ। ਜਦੋਂ ਇਹਦੇ ਵਸ ਨਹੀਂ, ਫਿਰ ਇਹਨੇ ਗੱਲ ਕਿਉਂ ਕੀਤੀ? ਫਿਰ ਜਾ ਕੇ ਬਹਿ ਗਏ, ਬੇਇੱਜ਼ਤੀ ਕਰਾ ਲਈ, ਗੂਠਾ ਵਿਖਾਤਾ। ਤੇ ਹੁਣ ਭਾਈ ਕੀ ਕਰਨ ਜਿਹੜੇ ਇੱਥੇ ਬੈਠ ਕੇ ਮਸਲਾ ਹੱਲ ਹੋਊਗਾ। ਹੁਣ ਮੁੱਲ ਪਤਾ ਕਿਵੇਂ ਪੈਂਦਾ? ਕਿੱਲੇ ਗੱਲ ਕਿਤੇ ਐਦਾਂ, ਅਗਰ ਕੈਪਟਨ ਸਰਕਾਰ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਦਿੱਲੀ ਪਹੁੰਚੀ ਹੈ, ਅਗਰ ਉਹ ਹੱਕ 'ਚ ਨਹੀਂ ਪਹੁੰਚਦੀ, ਅਗਰ ਖੜੀ ਨਹੀਂ ਹੁੰਦੀ, ਤਦ ਵੀ ਅਸੀਂ ਕਹਿੰਦੇ ਹਾਂ ਵੀ ਹਾਂ ਉਹ ਕੁਝ ਕਰਦੀ ਨਹੀਂ। ਅਗਰ ਅਸੀਂ ਕੁਝ ਕਰਦੀ ਹੈ ਤਾਂ ਅਸੀਂ ਕਹਿੰਦੇ ਨੇ ਉਹ ਡਰਾਮਾ ਕਰਦੀ ਹੈ। ਨਹੀਂ, ਇਹ ਨਹੀਂ ਗੱਲ। ਤੁਹਾਡਾ ਫਰਜ਼ ਹੈ ਕੁਐਸਚਨ ਪੁੱਛਣ ਦਾ। ਇਹ ਜਿਹੜਾ ਬੰਦਾ ਬੋਲਣ ਵੇਲੇ ਬੋਲੇ, ਉਹ ਲੀਡਰ ਹੁੰਦਾ। ਜਿਹੜਾ ਬੰਦਾ ਬੋਲਣ ਵੇਲੇ ਚੁੱਪ ਹੋ ਜਾਵੇ ਤੇ ਚੁੱਪ ਹੋਣ ਵੇਲੇ ਬੋਲੀ ਜਾਵੇ, ਕੀ ਫਾਇਦਾ? ਹੁਣ ਬੋਲਣ ਦਾ ਵੇਲਾ ਸੀ, ਉਦੋਂ ਤਾਂ ਬੋਲੇ ਨਹੀਂ। ਹੁਣ ਤਾਂ ਜਦੋਂ ਦਬਾਅ ਪਿਆ, ਅਸੀਂ ਵੀ ਕਹਿੰਦੇ ਅਸੀਂ 37 ਦਿਨ ਤੋਂ ਬੈਠੇ ਹਾਂ। ਜੇ ਫਰਜ਼ ਕਰੋ ਇਹਨਾਂ ਦੇ ਹਮਾਇਤੀ ਹੁੰਦੇ, ਇਹ ਪਹਿਲੇ ਦਿਨ ਹੀ ਚਲੇ ਜਾਂਦੇ। ਇਹ ਵਿਧਾਨ ਸਭਾ 'ਚ ਮਤਾ ਪਾਸ ਕਰਦਾ, ਰੱਦ ਕਰ ਦਿੰਦਾ ਜਮਾਂ ਹੀ। ਇਹਨਾਂ ਨੇ ਜਿਹੜਾ ਕਾਨੂੰਨ ਦੇ ਪੱਲੇ ਕੱਖ ਨਹੀਂ, ਜਿਹੜਾ ਕਹਿੰਦਾ ਕਾਨੂੰਨ ਤਾਂ ਬਣਾ ਦਿਓ, ਪਰ ਆਹ ਚੀਜ਼ਾਂ ਕਰ ਦਿਓ। ਕਾਨੂੰਨ ਦੇ ਵਿੱਚ ਹੈ ਹੀ ਵਿਰੋਧੀ ਆ, ਮਜ਼ਦੂਰ ਵਿਰੋਧੀ ਆ, ਟਰਾਂਸਪੋਰਟ ਵਿਰੋਧੀ ਆ, ਅਦਾਨੀਆਂ ਬਾਨੀਆਂ ਨੂੰ ਪਾਲਦਾ ਹੈ, ਤੇ ਥੋੜ੍ਹੀਆਂ ਜ਼ਮੀਨਾਂ ਖੋਹਣ ਨੂੰ ਤਿਆਰ ਹੈ। ਆਹ ਯੂਪੀ ਬਿਹਾਰ 'ਚੋਂ ਲੇਬਰ ਨਹੀਂ ਆਉਂਦੀ, ਇਹ ਸਾਰਿਆਂ ਕੋਲੇ ਜ਼ਮੀਨਾਂ ਹੈ। ਇਹ ਕਿਸੇ ਕੋਲੇ 10 ਕਿੱਲੇ ਆ, 10 ਕਿੱਲੇ, ਉੱਥੇ ਮਾਰਕੀਟ ਨਹੀਂ ਗਈ, ਨਹੀਂ ਗਈ। ਹੁਣ MSP ਨਹੀਂ। ਹੁਣ ਯੂਪੀ ਦੇ ਵਿੱਚ ਝੋਨਾ 900 ਰੁਪਏ ਆ, 900 ਰੁਪਏ ਅਸੀਂ ਟਰੱਕ ਰੋਕੇ ਸੀ, ਇੱਥੇ ਰੋਕੇ 900 ਆ, 200 ਕਿਰਾਇਆ 1100, ਤੇ 1868 ਰੁਪਏ ਵਿਕ ਰਿਹਾ। 11 ਤੋਂ 768 ਰੁਪਏ ਕਮਾ ਰਿਹਾ ਵਪਾਰੀ, ਤੇ ਇੱਥੇ ਸਾਡੀ ਮੰਡੀ 'ਚ ਹੀ ਜਾ ਰਿਹਾ। ਇਹ ਫਿਰ ਕਦੇ ਸੋਚਿਆ? ਮੱਕੀ ਸੀ, ਮੱਕੀ ਦਾ ਭਾਅ ਕੀ ਸੀ? 1439 ਰੁਪਏ। ਸਾਡੀ ਮੱਕੀ 600 ਤੋਂ 800 ਵਿਕੀ ਨਹੀਂ ਪੰਜਾਬ 'ਚ। MSP ਫਿਰ ਵੀ ਨਹੀਂ ਖਰੀਦੀ। ਬਿਹਾਰ 'ਚੋਂ ਮੱਕੀ 600 ਨੂੰ ਆ ਰਹੀ ਹੈ। ਇਹ ਕੀ ਹੋ ਰਿਹਾ? ਇਹ ਸਾਰਾ ਕੁਝ ਜਾਣ ਬੁੱਝ ਕੇ ਹੈ। ਇਹ ਆਪਣੇ ਪੰਜਾਬ ਦੇ ਵਿੱਚ ਕੀ ਹੈ, 2 ਥਾਂ 'ਤੇ ਮੰਡੀਕਰਨ ਹੈ, ਇੱਕ ਹਰਿਆਣਾ ਤੇ ਇੱਕ ਪੰਜਾਬ 'ਚ। ਇਹ ਮੰਡੀਕਰਨ ਪਹਿਲਾਂ ਤੋੜਨਾ ਚਾਹੁੰਦੇ ਆ। ਉਹਦੇ 'ਚੋਂ ਫਿਰ ਕੀ ਕਹਿੰਦਾ, ਪਨਗਰੇਨ ਵੀ ਗਈ, ਵੇਅਰ ਹਾਊਸ ਵੀ ਗਿਆ, ਤੇ FCI ਵੀ ਗਈ, ਤੇ ਐਗਰੋ ਵੀ ਗਈ। ਇਹ ਸਾਰੀਆਂ ਏਜੰਸੀਆਂ ਨੂੰ ਖਤਮ ਕਰਕੇ ਫਿਰ ਜਿਵੇਂ ਤੁਹਾਡੇ ਸਾਹਮਣੇ ਮੋਦੀ ਕਹਿੰਦਾ MSP ਹੈ। MSP ਤਾਂ ਫਿਰ ਹੈਗੀ ਹੈ 1868 ਰੁਪਏ। ਫਿਰ ਰਾਜਸਥਾਨ ਦੇ ਵਿੱਚੋਂ ਤੇ ਇਹਦੇ ਵਿੱਚੋਂ ਯੂਪੀ ਦੇ ਵਿੱਚ ਝੋਨਾ ਐਡਾ ਸਸਤਾ ਕਿਉਂ ਆ ਰਿਹਾ ਹੈ? 600 ਰੁਪਇਆ 700 ਰੁਪਏ ਸਸਤਾ ਕਿਉਂ? ਕਣਕ ਕਿਉਂ ਸਸਤੀ ਆ ਰਹੀ ਹੈ ਜਿੰਨੀ ਮਰਜ਼ੀ? ਤੇ ਫਿਰ ਵੱਡਾ ਜਿਹੜਾ ਰਮਿੰਦਰ ਸਿੰਘ ਆਵਲਾ ਹੈ, MLA ਹੁਣ ਬਣਿਆ ਜਲਾਲਾਬਾਦ ਤੋਂ, ਸੁਖਬੀਰ ਦੀ ਸੀਟ, ਬਹੁਤ ਵੱਡਾ ਧਨਾਟ ਹੈ। ਪਹਿਲਾਂ ਉਹ ਕਾਂਗਰਸ ਨਾਲ ਰਿਹਾ, ਫਿਰ BJP ਨਾਲ ਰਿਹਾ, ਫਿਰ ਮਾਇਆਵਤੀ ਨਾਲ ਰੱਖਿਆ, ਤੇ ਫਿਰ ਉਹਦੇ ਬਹੁਤ ਵੱਡੇ ਜਿਹੜੇ ਆ ਤਸਕਰਾਂ ਦੇ ਨਾਲ ਉਹਦੇ ਸੰਬੰਧ ਹੈ। ਹੁਣ ਉੱਥੇ ਸ਼ਾਹਜਹਾਂਪੁਰ ਦੇ ਵਿੱਚ ਝੋਨਾ ਜੜੀ ਜਾਂਦਾ, ਲਈ ਜਾਂਦਾ, ਕੋਈ ਪੁੱਛਦਾ ਨਹੀਂ, ਇੱਥੇ ਲੈ ਕੇ ਵੇਚੀ ਜਾਂਦਾ। ਕਦੇ ਸੋਚਿਆ? ਉੱਥੇ ਥਰਮਲ ਪਲਾਂਟ ਲਾ ਲਿਆ ਰਲ ਕੇ ਮਾਇਆਵਤੀ ਹੋਰਾਂ ਦੇ ਬੰਦਿਆਂ ਨਾਲ, ਇੱਧਰ ਲਾ ਲਿਆ ਚੰਨੂ ਚ ਬਾਦਲ ਦੇ ਬੰਦਿਆਂ ਨਾਲ ਰਲ ਕੇ, ਤੇ ਉੱਥੇ ਸਾਡੇ ਹੁਕੂਮਤ ਵਾਲੇ ਲਾ ਲਿਆ, ਧੂਆਂ ਕੱਢੀ ਜਾਂਦੀਆਂ, ਜ਼ਮੀਨਾਂ ਰੋਕੀ ਜਾਂਦੇ ਆ। ਪਰ ਇਹ ਕਰਨ, ਪਰ ਇਹ ਲੁੱਟ ਨਹੀਂ ਰਹੇ।
ਤੇ ਜੇ ਫਿਰ ਕਿਸਾਨ ਦਾ ਜ਼ਮੀਨ ਹੈ, ਪਹਿਲਾਂ ਤਾਂ ਯੂਪੀ ਦੇ ਵਪਾਰੀ ਨੇ ਤੇ ਪੰਜਾਬ ਦੇ ਨੇ ਲੁੱਟਿਆ ਕਿਹਨੂੰ? ਯੂਪੀ 'ਚ, ਫਿਰ ਹੁਣ ਪੰਜਾਬ 'ਚ ਲੁੱਟਿਆ। ਹੁਣ ਤੁਸੀਂ ਵੇ ਗੰਢੇ ਸੀ, ਗੰਢੇ ਜਦੋਂ ਕਿਸਾਨ ਕੋਲੇ ਸੀ 3 ਰੁਪਏ ਤੇ 5 ਵਿੱਚ ਵਿਕੇ, ਕਿੱਥੋਂ ਵਿਕੇ ਭਾਈ? ਮਹਾਰਾਸ਼ਟਰ 'ਚੋਂ। ਤੇ ਜਦੋਂ ਇਹੀ ਗੰਢੇ ਵਪਾਰੀ ਕੋਲੇ ਆ ਗਿਆ, ਦਾਨੀ ਬਾਨੀਆਂ ਵੱਡਿਆਂ ਕੋਲੇ ਕਿੰਨੇ ਵੇਚੇ? 70 ਰੁਪਏ, 80 ਰੁਪਏ, 250 ਤੱਕ ਗੰਢਾ ਵਿੱਚ ਗਿਆ। ਮੰਨ ਲਓ ਉਹਨਾਂ ਨੇ 10 ਰੁਪਏ ਗੰਢੇ ਖਰੀਦੇ, ਉਹ 20 ਰੁਪਏ ਲੈ ਲਏ। ਉਹ ਫਿਰ ਕਿਹਨੂੰ ਮਾਰਤਾ? ਉਹਨੇ ਖਪਤਕਾਰ ਨੂੰ। ਇਹ ਮਾਰਦੇ ਆ ਜਿਵੇਂ ਜ਼ਿਮੀਂਦਾਰ ਨੂੰ ਤੇ ਖਪਤਕਾਰ ਨੂੰ। ਖਪਤਕਾਰ ਕੌਣ ਹੈ? ਆਮ ਦੁਕਾਨਦਾਰ ਖਪਤਕਾਰ ਆ, ਜਿਹੜੇ ਆਪਾਂ ਖਾਂਦੇ ਆ, ਜਿਹੜੇ ਬੀਜਦੇ ਨਹੀਂ, ਕਣਕ ਨਹੀਂ ਦੀ। ਉਹ ਗੰਢੇ ਕੀ ਭਾਅ ਲੈਣਗੇ? ਅੱਜ ਕੀ ਭਾਅ ਹੋਇਆ ਪਿਆ? ਇਹ ਕੀ ਹੋਇਆ? ਲਸਣ ਕੀ ਸੀ? ਲਸਣ 15 ਰੁਪਏ ਤੋਂ 25 ਵਿਕਿਆ ਉਦੋਂ, ਤੇ ਲਸਣ 280 ਵਿਕਿਆ, 200 ਵਿਕਿਆ। ਤੇ ਫਿਰ ਮੰਨ ਲਓ ਵਪਾਰੀ ਫਾਇਦੇਮੰਦ ਆ, ਵਪਾਰੀ ਨੇ ਮੰਨ ਲਓ 25 ਰੁਪਏ 50 ਰੁਪਏ ਲਾ ਲਏ, ਤੇ ਉਹ ਤਾਂ ਭੈਣ ਲੁੱਟ ਗਿਆ। ਵਪਾਰੀ ਫਿਰ ਵੀ ਲੁੱਟੂਗਾ, ਤੁਹਾਨੂੰ ਕਿਸਾਰੇ ਬਣਾ ਦੂਗਾ। ਇਹ ਆਰਡੀਨੈਂਸ ਬਹੁਤ ਮਾੜੇ ਆ, ਇਹਦੇ ਨਾਲ ਸਾਡੇ ਪੱਲੇ ਕੱਖ ਨਹੀਂ ਰਹਿਣਾ। ਕੈਪਟਨ ਸਾਹਿਬ ਨੂੰ ਕੀ ਫਰਕ ਪੈਣਾ? ਬਾਦਲ ਨੂੰ ਕੀ ਫਰਕ ਪੈਣਾ? ਇਹ ਤਾਂ ਦਿੱਲੀ ਦੇ ਦਲਾਲ ਹੈ। ਨਾਗਪੁਰ ਤੋਂ ਜਿਹੜੀ ਸੋਚ ਆਉਂਦੀ ਹੈ, ਇਹ ਮੈਨੂੰ ਸਮਝ ਨਹੀਂ ਆਉਂਦੀ, ਪੰਜਾਬ ਦੇ ਲੋਕ ਗੁਲਾਮ ਕਿਉਂ ਆ? ਨਹੀਂ, ਜਿਹੜਾ ਤੁਹਾਡਾ ਇਹ ਮੋਰਚਾ ਲੱਗਿਆ ਹੋਇਆ, ਕੀ ਇਹ ਕਿ ਇਕੱਲਾ ਐਮਐਸਪੀ ਦੇ ਖਿਲਾਫ ਹੈ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਮੋਰਚਾ ਲਾਇਆ? ਅਗਰ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਮੋਰਚਾ ਹੈ, ਪਿੱਛੇ 100 ਮੀਟਰ ਦੇ ਮੋਰਚਾ ਇੱਕ ਲੱਗਿਆ ਹੋਇਆ ਹੈ, ਤੁਸੀਂ ਉਹਨਾਂ ਦੇ ਨਾਲ ਸਾਥ ਕਿਉਂ ਨਹੀਂ ਦਿੱਤਾ? ਜਾਂ ਤੁਹਾਡਾ ਇਹ ਮੋਰਚਾ ਜਿਵੇਂ ਸਿਮਰਜੀਤ ਸਿੰਘ ਮਾਨ ਦੀ ਸੋਚ ਹੈ ਵੀ ਅਸੀਂ ਅਲੱਗ ਰਾਜ ਬਣਾਉਣਾ ਹੈ, ਤੇ ਤੁਸੀਂ ਅਲੱਗ ਰਾਜ ਦੀ ਉਹ ਸੋਚ ਨੂੰ ਲੈ ਕੇ ਇੱਥੇ ਬੈਠੇ ਹੋ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਬੈਠੇ ਹੋ? ਪਹਿਲਾਂ ਤਾਂ ਕੁਐਸਚਨ, ਤੁਸੀਂ ਬੜੇ ਸੋਹਣੇ ਜਰਨਲਿਸਟ ਹੋ, ਪਹਿਲਾਂ ਤੁਸੀਂ ਸਾਨੂੰ ਕੁਐਸਚਨ ਕੀਤਾ ਕਿ ਤੁਸੀਂ ਉਹਨਾਂ ਨਾਲ ਕੰਟੈਕਟ ਨਹੀਂ ਕੀਤਾ, ਤੇ ਉਹ ਨਹੀਂ ਸਾਡੇ ਨਾਲ ਕਰ ਸਕਦੇ? ਇਹ ਤਾਂ ਨਹੀਂ ਹੁੰਦਾ ਵੀ ਅਸੀਂ ਉਹ ਪਹਿਲਾਂ ਆਉਣ, ਅਸੀਂ ਵੀ ਜਾ ਸਕਦੇ ਹਾਂ, ਕਿਉਂਕਿ ਗੁਰੂ ਸਾਹਿਬ ਵੀ ਕਹਿੰਦੇ ਅਸੀਂ ਨੀਵਾਂ ਹੋ ਕੇ ਚੱਲਣਾ ਹੈ। ਗੁਰੂ ਕੋਈ ਨਹੀਂ ਨੀਵਾਂ ਹੋ ਚੱਲੇ, ਉਹਦੇ ਲਈ ਗੁਰੂ ਹੋ ਰਿਹਾ ਕਿ ਸਾਡੇ ਲਈ ਹੋ ਰਿਹਾ? ਨਹੀਂ, ਅਸੀਂ ਕਿਉਂ ਨਹੀਂ ਨੀਵਾਂ ਸੁਣਦੇ? ਨਹੀਂ, ਇਹ ਨਹੀਂ ਗੱਲ ਹੈਗੀ। ਤੁਸੀਂ ਪੁੱਛੋ, ਤੁਸੀਂ ਐ ਨਾ ਕਹੋ ਕਿਉਂ ਨਹੀਂ ਗਏ। ਤੁਸੀਂ ਉਹਨਾਂ ਨੂੰ ਵੀ ਪੁੱਛਾਂਗੇ। ਤੁਸੀਂ ਪੁੱਛੋ, ਸਾਨੂੰ ਪੁੱਛੋ ਵੀ ਕੀ ਪ੍ਰੋਬਲਮ ਹੈ, ਲੱਗੇ ਕਿਉਂ ਹੈ? ਹਾਂਜੀ, ਮੈਂ ਹੋਰ ਤਰੀਕੇ ਪੁੱਛ ਰਹੇ ਹਾਂ। ਇਹ ਪੁੱਛਣ ਦਾ ਢੰਗ ਅੱਛਾ ਨਹੀਂ ਹੈ, ਪਰ ਫਿਰ ਠੀਕ ਹੈ, ਤੁਸੀਂ ਪ੍ਰੈਸ ਹੋ, ਜੋ ਮਰਜ਼ੀ ਪੁੱਛੋ। ਤੁਸੀਂ ਕੌੜੀ ਤੋਂ ਕੌੜੀ ਸੱਚੀ ਗੱਲ, ਤੁਹਾਡਾ ਫਰਜ਼ ਹੈ, ਕਿਉਂਕਿ ਤੁਸੀਂ ਆਜ਼ਾਦ ਹੋ। ਹੁਣ ਤੁਸੀਂ ਦੇਖੋ ਵੀ ਅਸੀਂ ਮੋਰਚਾ, ਇੱਥੇ ਕੋਈ ਮੋਰਚਾ ਨਹੀਂ ਸੀ। ਅਸੀਂ ਮੋਰਚਾ 30 ਤਰੀਕ ਨੂੰ ਲਾਇਆ, 30 ਨੂੰ ਲਾਇਆ, ਇਹਨੇ ਲਾਇਆ 4 ਨੂੰ। ਪਹਿਲਾਂ ਸਾਨੂੰ ਪੁੱਛ ਲੈਂਦਾ ਭਾਈ ਕੀ ਕਰਨਾ। ਅਸੀਂ, ਸਾਡੇ ਕੋਲੇ ਪ੍ਰੈਸ ਆਉਂਦੀ ਸੀ, ਇਹਦੇ ਖਿਲਾਫ ਕੋਈ ਬੋਲਦਾ ਸੀ, ਜਵਾਬ ਦਿੰਦੇ ਸੀ। ਅਸੀਂ ਆਖਿਆ ਨੌਜਵਾਨ 'ਚ ਕੁਝ ਹੋਊਗਾ ਸ਼ਾਇਦ, ਪਰ ਮੈਨੂੰ ਤਾਂ ਪਤਾ ਸੀ ਇਹਦੇ ਬੰਬੇ ਤੋਂ ਆਇਆ ਨਹੀਂ ਹੈਗਾ ਕੁਝ, ਮੈਨੂੰ ਪਤਾ ਸੀ। ਪਰ ਜੇ ਮੈਂ ਉਦੋਂ ਬੋਲਦੇ ਸੀ, ਤੁਸੀਂ ਕਹਿੰਦੇ ਯਾਰ ਇਹ ਕਿਸੇ ਨੇ ਲਾ ਕੇ ਨਹੀਂ ਖਾਂਦੇ। ਇਹ ਜਦੋਂ ਆਇਆ ਤੇ ਇਹਨੇ ਆ ਕੇ ਜਦੋਂ ਇੱਥੇ ਪ੍ਰੈਸ ਨੇ ਪੁੱਛਿਆ, ਸਾਡੇ ਸਾਹਮਣੇ ਵੇਖੋ, ਅਸੀਂ ਤਾਂ ਗਰੀਲਾ ਢੰਗ ਨਾਲ ਲਾਤਾ, ਪਤਾ ਹੀ ਨਹੀਂ ਲੱਗਿਆ ਏਜੰਸੀਆਂ ਨੂੰ, ਸਾਡੀ ਪਾਰਟੀ ਦੇ ਅੱਧੇ ਬੰਦਿਆਂ ਨੂੰ ਨਹੀਂ ਪਤਾ। ਇੱਥੇ ਇਹਨਾਂ ਦੀ ਪਹਿਲਾਂ JCP ਲੱਗੀ, ਥਾਂ ਤਿਆਰ ਹੋਇਆ, ਫਿਰ ਬੰਦੇ ਆਉਂਦੇ ਰਹੇ, ਸਾਡੇ ਤੋਂ ਪਾਣੀ ਪੀਂਦੇ ਰਹੇ। ਕਰਨਾ ਸਾਡੇ ਭਰਾ ਹੈ, ਅਸੀਂ ਉਹਨੂੰ ਚਾਹ ਹੁਣ ਵੀ ਆਉਂਦੇ ਪਿਉਣੇ ਆ, ਸਾਡੀ ਥੋੜੀ ਆਪਦੀ ਇਹ ਤਾਂ ਪੰਥ ਦੀ ਆ ਯਾਰ। ਭਾਈ ਕਿ ਨਹੀਂ ਯਾਰ, ਲੋੜ ਅਦਾ ਕਰਨਾ। ਜੇ ਉਹਨਾਂ ਤੇ ਮੁਸੀਬਤ ਵਿੱਚ ਜਾਵਾਂਗੇ, ਜੇ ਫਰਜ਼ ਕਰੋ ਉਹਨੂੰ ਪੁਲਿਸ ਕੁੱਟਦੀ ਆ ਜਾਂ ਮਾਰਦੀ ਆ, ਡੰਡੇ ਕਰਦੀ ਆ, ਪਰ ਉਹਨਾਂ ਨੂੰ ਕਦੇ ਮਾਰਨਾ? ਪਰਚਾ ਤਾਂ ਸਾਡੇ ਤੇ ਕਰਤਾ, ਉਹਨਾਂ ਤੇ ਹੋਇਆ ਹੀ ਨਹੀਂ। ਸਾਡੇ ਤੇ 2 ਪਰਚੇ ਕਰਤੇ ਆ, ਇਨਕਲਾਬੀਆਂ ਤੇ ਨਹੀਂ ਪਰਚਾ ਹੁੰਦਾ ਹੈ। ਇਸ ਕਰਕੇ ਕਾਮਰੇਡਾਂ ਤੇ ਹੋਇਆ ਪਰਚਾ, ਦੱਸੋ? ਹਰਕਿਰਤ ਜੀ ਤੇ ਨਹੀਂ ਹੋਇਆ, ਨਬੂਰ ਦੀ ਪਾਰ ਤੇ ਨਹੀਂ ਹੋਇਆ, ਇਹਨਾਂ ਤੇ ਨਹੀਂ ਹੋਇਆ, ਜਰਨਲ ਦਿਆਲ ਤੇ ਨਹੀਂ ਹੋਇਆ, ਪਾਂਸਲੇ ਤੇ ਨਹੀਂ ਹੋਇਆ, ਨਹੀਂ ਹੋਇਆ, ਕਿਉਂਕਿ ਸਾਰੀ ਉਮਰ ਤਾਂ ਰਹੇ ਉਹਨਾਂ ਨਾਲ ਜਿਹਨਾਂ ਨੇ ਦਰਬਾਰ ਸਾਹਿਬ ਢਾਇਆ। ਇਹ ਜਦੋਂ ਗਏ, ਦੀਪ ਸਿੱਧੂ ਤੋਂ ਪੁੱਛਿਆ ਜਿੱਦੇ ਨੇ 4, ਕਹਿੰਦਾ ਜੀ ਉੱਥੇ ਮੋਰਚਾ ਲੱਗਿਆ ਤੁਹਾਡੇ ਭਰਾਵਾਂ ਦਾ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਵੀ ਲੱਗਿਆ ਕਿ ਨਹੀਂ ਲੱਗਿਆ, ਪ੍ਰੈਸ 'ਚ ਆ ਗਿਆ। ਫਿਰ ਅਸੀਂ ਆਖਿਆ ਵੀ ਜੇ ਇਹਨੂੰ ਮੋਰਚੇ ਦਾ ਨਹੀਂ ਪਤਾ ਲੱਗੇਦਾ, ਚੱਲ ਇਹ ਝੂਠ ਕਿਉਂ ਬੋਲਿਆ? ਇਹ ਕਹਿ ਦਿੰਦਾ ਭਾਈ ਸਾਡੀ ਗੱਲ ਨਹੀਂ ਹੋਈ, ਜਾਂ ਇਹ ਕਹਿ ਦਿੰਦਾ ਬਈ ਉਹ ਤਾਂ ਬਈ ਯਾਰ ਕੜਖਾਂ, ਜਾਂ ਇਹ ਕਹਿ ਦਿੰਦਾ ਬਈ ਉਹ ਤਾਂ ਖਾਲਿਸਤਾਨੀ ਹੈ। ਇਹ ਕੁਝ ਕਹਿ ਦਿੰਦਾ ਇਹੋ ਜਿਹਾ, ਜੋ ਅਸੀਂ ਜਿਹੜੇ ਹੈਗੇ ਉਹ ਕਹਿ ਦਿੰਦਾ। ਫਿਰ ਜਿਵੇਂ ਕਹਿੰਦਾ ਮੈਨੂੰ, ਜੇ ਇਹਨੂੰ ਇਹ ਨਹੀਂ ਪਤਾ, ਫਿਰ ਪੰਜਾਬ ਦੀ ਪਾਲਿਸੀ ਦਾ ਇਹਨੂੰ ਕੀ ਪਤਾ ਹੋਊਗਾ? ਮੋਰਚੇ ਬਾਰੇ ਤਾਂ ਪਤਾ ਨਹੀਂ, 400 ਫਰਲਾਂਗ ਤੇ ਕੀ ਪਤਾ। ਦੂਜੇ ਪਾਸੇ ਕਹਿੰਦਾ ਵੀ ਇੱਥੇ ਸਿਆਸੀ ਪਾਰਟੀ ਨਹੀਂ, ਤੇ ਬੈਂਸ ਕੀ ਲੈਣਾ? ਉਹ ਸਿਆਸੀ ਨਹੀਂ ਸੀ। ਫਿਰ ਥੋੜੇ ਚਿਰ ਬਾਅਦ ਮੈਂ ਸਿਆਸੀ ਪਾਰਟੀ ਬਣਾऊँ, ਕਾਹਦੇ ਲਈ ਬਣਾऊँ? ਵਟ ਦਾ ਰੀਜ਼ਨ ਆਫ ਦਿਸ ਪਾਰਟੀ, ਕਿਉਂ ਬਣਾਵੇ? ਜਿੰਨਾ ਕੋਈ ਬਣਾਵੇ ਹੱਕ ਹੈ, ਫਿਰ ਦੇਊਗੀ। ਅਸੀਂ ਤਾਂ ਕਹਿੰਦੇ ਆ ਕਿ ਸੰਤਾਂ ਨੇ ਕਿਹਾ ਸੀ, ਸੰਤਾਂ ਦੀ ਕਿਤੇ ਕਿਤੇ ਗੱਲ ਕਰਦੇ ਆ, ਕਰਦੇ ਆ ਕਿ ਨਹੀਂ? ਕਹਿੰਦੇ ਆ ਜੀ, ਕਹਿੰਦੇ ਜੀ ਇਹ ਇਦੋਂ ਵੀ ਅੱਗੇ ਬੜੀ ਗੱਲ ਹੈਗੀ, ਕਹਿੰਦੇ ਨਾ। ਇਦੋਂ ਅੱਗੇ ਕਿਹੜੀ ਗੱਲ ਹੈ ਮੈਨੂੰ ਦੱਸਣ ਤੁਸੀਂ? ਚੱਲ ਮੈਂ ਹੁਣ ਮੋਰਚਾ ਹੈ, ਇਦੋਂ ਅੱਗੇ ਗੱਲ ਤਾਂ ਸਪਸ਼ਟ ਕਰਨ ਕਿਹੜੀ ਹੈ? ਵੀ ਅਨੰਦਪੁਰ ਦਾ ਮਤਾ ਤੇਰੀ ਗੱਲ ਹੈ ਕਿ ਤੇਰੀ ਖਾਲਿਸਤਾਨ ਹੈ? ਤੇਰੀ ਗੱਲ ਕੀ ਹੈ? ਇਹ ਤਾਂ ਉਹ ਸਪਸ਼ਟ ਕਰੇ ਯਾਰ। ਅਸੀਂ ਤਾਂ ਕਹਿੰਦੇ ਵੀ ਸਾਡੀ ਗੱਲ ਹੈਗੀ ਇਸ ਤੋਂ ਬਾਅਦ ਖਾਲਿਸਤਾਨ, ਆਪਣਾ ਘਰ, ਆਜ਼ਾਦੀ, ਗੁਲਾਮੀ ਲਾਉਣੀ, ਨਾ ਹਿੰਦੂ ਤੇ ਜ਼ੁਲਮ ਹੋਵੇ, ਨਾ ਈਸਾਈ ਤੇ ਜ਼ੁਲਮ ਹੋਵੇ, ਸਾਰੇ ਬਰਾਬਰ ਰਹਿਣ। ਇੰਡੀਆ ਨੇ ਆਜ਼ਾਦ ਹੋ ਕੇ ਦਰਬਾਰ ਸਾਹਿਬ ਢਾਤਾ, ਸਿੱਖ ਗੁਲਾਮ ਹੋ ਗਏ, ਬਾਬਰੀ ਮਸਜਿਦ ਹੈਗੀ, ਮੁਸਲਮਾਨ ਗੁਲਾਮ ਹੋ ਗਏ, ਈਸਾਈਆਂ ਨੂੰ ਜਿੰਦਾ ਜਲਾ ਕੇ ਸਾੜਤਾ, ਲਹਿਰੇ ਕਾਗੇ ਦੀ ਮਸਜਿਦ ਢਾਤੀ, ਉਸ ਤੋਂ ਬਾਅਦ ਹਮਲਾ ਕਰਤਾ ਅੰਮ੍ਰਿਤਸਰ ਦੀ ਬਾਬਰੀ ਮਸਜਿਦ। ਅਸੀਂ ਗਏ,
ਹਿੰਦੂ ਬੀਬੀ ਰੂਪਨ ਦੇ ਬਜਾ ਦੀ ਇੱਜ਼ਤ ਨੂੰ KPS ਗਿੱਲ ਨੇ ਅਸੀਂ ਬੋਲੇ, ਮਾਨ ਸਾਹਿਬ ਪਾਰਲੀਮੈਂਟ 'ਚ ਬੋਲੇ, ਵਨ ਪੈਨਸ਼ਨ ਵਨ ਰੰਗ ਤੇ ਬੋਲੇ, ਪੰਜਾਬੀ ਮਾਂ ਬੋਲੀ ਤੇ ਬੋਲੇ, ਸਵਾਮੀਨਾਥਨ ਕਮਿਸ਼ਨ ਤੇ ਬੋਲੇ, ਮੁਸਲਮਾਨ ਕੌਮ ਦੇ ਉੱਤੇ ਜ਼ੁਲਮ ਹੋਇਆ ਉਹਨਾਂ ਤੇ ਬੋਲੇ, ਸਿੱਖਾਂ ਤੇ ਜ਼ੁਲਮ ਹੋਇਆ। ਮਾਨ ਸਾਹਿਬ ਨੇ ਪੁੱਛਿਆ ਸਾਡਾ ਤੋਸ਼ਾਖਾਨਾ ਕਿੱਥੇ, ਉਹ ਦਿਓ। ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਸਾਡੀ, ਉਹ ਦੇ ਦਿਓ, ਸਾਡੇ ਖਜ਼ਾਨਾ ਦੇ ਦਿਓ। ਹਜੇ ਤੱਕ ਦਿੱਤਾ ਨਹੀਂ। ਉਹਨਾਂ ਨੇ ਪੁੱਛਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਣਾ ਦਾ ਕਿੱਥੇ ਸੰਸਕਾਰ ਹੋਇਆ, ਕਿੱਥੇ ਭੋਗ ਪਾਇਆ, ਕਿਹੜੀਆਂ ਰਸਤਾ ਹੈ, ਉਹਦਾ ਤੀਰ ਕਿੱਥੇ ਹੈ, ਪਿਸਤੌਲ ਹੈ, ਉਹ ਦਿਓ। ਹੁਣ ਅਸੀਂ ਦਿੱਲੀ 'ਚ ਪੁੱਛ ਕੇ ਆਏ ਹਾਂ ਕਿ ਸਤਵੰਤ ਸਿੰਘ ਜੇ ਇੰਦਰਾ ਗਾਂਧੀ ਦੀ ਕੋਠੀ ਬਣੀ ਹੈ ਉਹਦੇ ਵਿੱਚ ਸਾਨੂੰ ਆਪਦੀ ਜਗ੍ਹਾ ਦਿਓ, ਉੱਥੇ ਗੁਰਦੁਆਰਾ ਸਾਡਾ ਬਣਾਵੇ। ਜੇ ਉਹਨੇ ਚੀਜ਼ਾਂ ਸੰਭਾਲ ਕੇ ਰੱਖੀਆਂ ਤੇ ਉਹਦੇ 'ਚ ਘਸੋੜਤਾ ਹੈ ਉਹਨੂੰ, ਆਪਣੇ ਨੂੰ ਕੀ ਕਹਿੰਦਾ ਰਾਜੀਵ ਗਾਂਧੀ ਦਾ ਬੂਟ ਕੱਪੜੇ ਜਿਹੜੇ ਉਹ ਬੰਬ ਧਮਾਕੇ 'ਚ ਹੋਇਆ ਸੀ, ਅਸੀਂ ਕਹਿੰਦਾ ਸੀ ਵੀ ਚਲੋ ਇਹੋ ਜਿਹੇ ਕੰਮ ਜਿਹੜੇ ਆ ਇਹ ਜਿਹੜੇ ਨਹੀਂ ਹੋਣੇ ਚਾਹੀਦੇ, ਸਿੱਧਾ ਹੋਣਾ ਚਾਹੀਦਾ, ਸਿੱਧੀ ਅਟੈਕ ਹੋਣਾ ਚਾਹੀਦਾ। ਚਲੋ ਹੋ ਗਿਆ, ਉਹਨਾਂ ਨੇ ਕੀਤਾ। ਉਹਨਾਂ ਨੇ ਤਾਂ ਕੀਆ, ਉਹਨਾਂ ਨੇ ਲਿੱਟੇ ਨੂੰ ਨਾਲ ਰੱਖ ਕੇ ਲਿੱਟੇ ਨੂੰ ਮਰਵਾਤਾ, ਉਹਨਾਂ ਦਾ ਸੱਤਿਆਨਾਸ਼ ਕਰਤਾ। ਇਹ ਤਾਂ ਹੋਇਆ ਕਿਉਂਕਿ ਉਹਨਾਂ ਦਾ ਘਰ-ਬਾਰ ਉਜਾੜਤਾ। ਉਹਨਾਂ ਬੀਬੀਆਂ ਅਸੀਂ ਜਾ ਕੇ ਆਏ ਹਾਂ, ਉਹਨਾਂ ਬੀਬੀਆਂ ਦੇ ਉੱਤੇ ਫੌਜ ਜਾਫਣਾ ਤੋਂ ਸੱਦ ਕੇ ਫੌਜ ਰੱਖੀ, ਫੌਜ ਦੇ ਵਿੱਚੋਂ ਉਹਨਾਂ ਦੀ ਬੀਬੀਆਂ ਤੇ ਫੌਜ ਦੇ ਬੰਦੇ ਕਰਕੇ ਨਵੇਂ ਬੱਚੇ ਪੈਦਾ ਕੀਤੇ। ਇਹ ਬਹੁਤ ਕੁਝ ਉੱਥੇ ਕੀਤਾ ਹੈ। ਜਿਵੇਂ ਇੱਥੇ ਜਨਰਲ ਬ੍ਰਿਗੇਡੀਅਰ ਸਕਸੈਨਾ ਸੀ, ਉਹ 1990 'ਚ ਕਹਿੰਦਾ ਕਿ ਇਹਨਾਂ ਨੂੰ ਸੱਦ ਲਿਆ, ਉਹਨਾਂ ਨੇ ਆਪਣੇ ਸਿੱਖਾਂ ਨੂੰ ਸੱਦ ਲਿਆ, ਸਰਪੰਚਾਂ ਨੂੰ ਸੱਦ ਲਿਆ, ਲੀਡਰਾਂ ਨੂੰ ਸੱਦ ਗਿਆ। ਉਹ ਕਹਿੰਦਾ ਮੈਂ ਇਸ ਕਰਕੇ ਨਹੀਂ ਸੱਦਿਆ ਕਿ ਮੈਂ ਤੁਹਾਡੀ ਗੱਲ ਸੁਣਨੀ ਹੈ। ਕਹਿੰਦਾ ਤੁਸੀਂ ਪਾਕਿਸਤਾਨ ਦੇ ਵਫਾਦਾਰ ਹੋ, ਜੇ ਬਾਜ ਨਾ ਇਹ ਪਾਕਿਸਤਾਨ ਦੀ ਗੱਲ ਕਰਦੇ ਰਹੇ ਤੇ ਫਿਰ ਕਿ ਮੈਂ ਤੁਹਾਡੀਆਂ ਧੀਆਂ ਭੈਣਾਂ ਮਾਵਾਂ ਨੂੰ ਲਿਆਉਂਗਾ ਤੇ ਬਿਹਾਰ ਤੋਂ ਫੌਜ ਲਿਆਉਂਗਾ, ਬੱਚੇ ਪੈਦਾ ਕਰੂਗਾ ਤੇ ਜਿਹੜੀ ਬੱਚੇ ਫੌਜ 'ਚੋਂ ਜਿਹੜੇ ਬੱਚੇ ਪੈਦਾ ਹੋਣਗੇ ਇੰਡੀਆ ਦੇ ਵਫਾਦਾਰ ਹੋਣੇ। ਕੋਈ ਨਾ ਬਾਦਲ ਬੋਲਿਆ ਨਾ ਕਹਾ। ਮਾਨ ਸਾਹਿਬ ਗਏ, ਅਸੀਂ ਬੋਪਰ ਖੜੇ ਟਰੈਕਟਰ ਤੇ ਖੜ ਕੇ ਅਸੀਂ ਭਾਸ਼ਣ ਦਿੱਤਾ ਬਗਰੇੜੀਆ ਦੇ, ਅਸੀਂ ਉਹਦੇ ਤੇ ਐਕਸ਼ਨ ਕੀਤਾ ਤੇ ਉਹਨੂੰ ਘਰੇ ਤੋਰਿਆ। ਅਸੀਂ ਲੜਾਈ ਲੜੀ, ਇਹਨਾਂ ਨੇ ਸਵਾਹ ਦੀ ਲੜਾਈ ਲੜੀ ਹੈ। ਇਹਨਾਂ ਨੇ ਸਾਡੇ ਬੱਚੇ ਸ਼ਹੀਦ ਕਰਾਏ ਆ, ਸਾਡੇ ਮਰਵਾਏ ਆ। ਇਹ ਤਾਂ ਦਿੱਲੀ ਦੇ ਦਲਾਲ ਹੈਗੇ ਸਾਰੇ ਹੈ। ਫਿਰ ਇਹ ਭਾਈ ਸਾਹਿਬ ਨੂੰ ਥੋੜਾ ਸੋਚਣਾ ਤਾਂ ਚਾਹੀਦਾ ਸੀ। ਫਿਰ ਕਹਿੰਦਾ ਅਸੀਂ ਤਾਂ ਕੁਝ ਵੀ ਨਹੀਂ ਕਿਹਾ। ਫਿਰ ਕਹਿੰਦਾ ਜੀ ਇਹ ਤਾਂ ਕਾਂਗਰਸ ਨੇ ਬਿਠਾਇਆ, ਇਹ ਤਾਂ ਮੋਰਚਾ ਸਰਕਾਰੀ ਹੈ। ਮੈਨੂੰ ਕਹਿੰਦੇ ਜੇ ਅਸੀਂ ਮੰਨ ਲਓ ਅਸੀਂ ਸਰਕਾਰੀ ਮੰਨ ਲੈਂਦੇ ਤੇ ਕਹਿੰਦਾ ਅਸੀਂ ਸਰਕਾਰੀ ਮੋਰਚਾ ਹੋ ਗਿਆ, ਫਿਰ ਸਰਕਾਰੀ ਮੋਰਚਾ ਖਾਲਿਸਤਾਨ ਮੰਗੂਗਾ। ਸਰਕਾਰੀ ਮੋਰਚਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆਪਣੀ ਦਾੜੀ ਪਟਾਈ ਹੈ, DIG ਦਾ ਅਹੁਦਾ ਛੱਡਿਆ, ਇਹ ਸਰਕਾਰੀ ਹੈ। ਅਸੀਂ ਧੀਆਂ ਭੈਣਾਂ ਦੀ ਬੇਪਤੀ ਕਰਾਈਆਂ, ਸਰਕਾਰੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਲੜੇ ਹੈ, ਜੇਲ੍ਹਾਂ 'ਚ ਗਏ ਆ, ਦੇਸ਼ ਵਿਰੋਧੀ, ਅਸੀਂ ਸਰਕਾਰੀ ਹੈ। ਸਾਡੇ ਬਾਦਲ ਨੇ ਲੱਕੜ ਚੋਰੀ ਦੇ ਪਰਚੇ ਪਾਏ, ਸਰਸੇ ਵਾਲੇ ਸਾਧੂ ਨੂੰ ਬਚਾਇਆ, ਅਸੀਂ ਕੀ ਸਰਕਾਰੀ ਹੈ। ਮਾਨ ਸਾਹਿਬ ਨੇ ਆਪਣੇ ਨੌਂ ਖਿਚਾਲੇ, ਆਪਣਾ ਪਰਿਵਾਰ ਖੇਰੂ ਕਰ ਲਿਆ, ਕੀ ਇਹ ਸਰਕਾਰੀ ਹੈ। ਹਾਂ, ਮੇਰਾ ਬੇਟਾ ਗੁਰੂ ਗ੍ਰੰਥ ਸਾਹਿਬ ਦੀ ਵੇਚ ਤੀਜੀ ਮੰਜ਼ਿਲ ਤੋਂ ਡਿੱਗ ਪਿਆ, ਉਹਨੇ ਮਰ ਜਾਣਾ ਸੀ। ਹੈ ਮੇਰੀ ਮਾਤਾ ਫੜੀ ਰਹੀ ਹੈ, ਮੈਨੂੰ CS ਸਟਾਫ 'ਚ ਮਾਰ ਦੇਣਾ ਸੀ ਜਥੇਦਾਰ, ਕਿਉਂਕਿ ਮੇਰਾ ਸਾਹਮਣੇ ਸ਼ਹੀਦ ਕਰਤਾ ਹੈ। ਮੈਂ ਉਹਦਾ ਗਵਾਹ ਕਿ ਅਸੀਂ ਸਰਕਾਰੀ ਹਾਂ। ਹੁਣ ਮੈਨੂੰ ਇਹ ਕਹੀ ਜਾਂਦਾ ਹੈ, ਕੱਲ੍ਹ ਦਾ ਛੋਕਰਾ ਜਿਹਨੂੰ ਪਤਾ ਹੀ ਨਹੀਂ ਉਡਾੜਾ, ਸਿਮਰਜੀਤ ਸਿੰਘ ਮਾਨ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਲੋਕਾਂ ਨੇ ਲੁਕੋਤੀ ਸੀ। ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਮਨਾ ਕੇ ਸਾਰੇ ਫੋਟੋ ਸ਼ੁਰੂ ਕਰਾਈ। ਅਸੀਂ ਖਾਲਿਸਤਾਨ ਦੇ ਲਈ 72 ਕੇਸ ਪਵਾਏ। ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਬਣਿਆ ਸੀ ਉਹਦਾ ਬੁੱਤ ਲਾਤਾ, ਬੁੱਤ ਜਦੋਂ ਲਾਤਾ ਭੱਠਲਕਿਆਂ ਨੇ ਲਾਇਆ, ਬਾਦਲ ਦੇ ਰਾਜ ਚਲਾਇਆ। ਉਧਰੋਂ ਸਰਸੇ ਵਾਲਾ ਨੇ ਪੋਸ਼ਾਕ ਪਾਲੀ, ਬਾਦਲ ਨੇ ਉਹਨੂੰ ਕੱਢਤਾ ਬਚਾ ਕੇ। ਫਿਰ ਕੀ ਕਹਿੰਦਾ, ਸਰਸੇ ਵਾਲੇ ਨੂੰ ਫੜਨਾ ਸੀ, ਫੜ ਲਿਆ ਮਾਨ ਸਾਹਿਬ ਨੂੰ, ਉੱਥੇ ਦੇਰ ਚੋਰੀ ਦਾ ਪਰਚਾ, ਭੱਠਲ ਦੀ ਸਾਂਧ ਹੋ ਗਈ। ਅਸੀਂ ਫਿਰ ਪੰਜਾਬ 'ਚ ਫੜਨਾ ਸੀ, ਸਰਸੇ ਵਾਲੇ ਨੂੰ ਫੜ ਲਿਆ, ਮਾਨ ਨੂੰ ਰਿਹਾ ਕਰੋ, ਮਾਨ ਸਾਹਿਬ ਨੂੰ, ਤੇ ਸਰਸੇ ਨੂੰ ਗ੍ਰਿਫਤਾਰ ਕਰੋ, ਇਹਨੇ ਗ੍ਰਿਫਤਾਰ ਹੀ ਨਹੀਂ ਕੀਤਾ। ਫਿਰ ਕੀ ਗੱਲ ਬਈ, ਅਸੀਂ ਸਰਕਾਰੀ ਹੋ ਗਏ। ਹੁਣ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਕਿਹਨੇ ਸਰੂਪ ਕੀਤੇ ਆ, ਉਹ ਤਾਂ ਸ਼੍ਰੋਮਣੀ ਕਮੇਟੀ ਕੋਲੇ ਉਹ ਦੱਸਦੇ ਹੀ ਨਹੀਂ। ਅਸੀਂ ਮੋਰਚਾ ਉੱਥੇ ਲਾਇਆ, ਸਾਡੇ ਗੁਰੂ ਕਿੱਥੇ ਆ, ਕੌਣ ਲੈ ਗਿਆ, ਕਿੱਥੇ ਆ, ਉਹ ਤਾਂ ਲੌਂਗੋ ਵਾਲੇ 22 ਤਰੀਕ ਤੋਂ ਬੈਠੇ ਹਾਂ ਅਸੀਂ। ਕੀ ਗੱਲ ਅਸੀਂ ਸੁੱਖਿਆ ਹੋਇਆ? ਗੁਰੂ ਸਾਡਾ ਇਕੱਲਿਆਂ ਦਾ, ਬਾਦਲ ਦਾ ਗੁਰੂ ਨਹੀਂ, ਕੈਪਟਨ ਦਾ ਗੁਰੂ ਨਹੀਂ, ਕਿਹਦਾ ਗੁਰੂ ਤਾਂ ਸਾਰੇ ਸਿੱਖਾਂ ਦਾ। ਮੈਨੂੰ ਦੱਸੋ, ਇਹ ਜਿਹੜਾ ਬੰਬੇ ਤੋਂ ਆਇਆ ਦੀਪ ਸਿੱਧੂ, ਇਹ ਦੱਸੇ 2015 'ਚ ਗੁਰੂ ਸਾਹਿਬ ਦੀ ਬੇਅਦਬੀ ਆਇਆ, 23 ਤਰੀਕ ਨੂੰ ਸਿੰਘ ਸ਼ਹੀਦ ਹੋ ਗਏ ਆ, ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਤੇ ਸੀ ਗਲੀਆਂ 'ਚ, ਆਇਆ 25 ਨੂੰ ਭੋਗ ਪਿਆ ਉਹਨਾਂ ਦਾ, ਉਹ ਆਇਆ। ਫਿਰ 17 'ਚ ਆਇਆ, 16 'ਚ ਆਇਆ, 18 'ਚ ਆਇਆ, 19 'ਚ ਆਇਆ, ਬਗਰਾੜੀ ਮੋਰਚੇ 'ਚ ਆਇਆ, ਨੇ ਆਇਆ ਹੀ ਨਹੀਂਗਾ ਗੁਰੂ ਲਈ ਤਾਂ ਇੱਕ ਦਿਨ ਵੀ ਨਹੀਂ ਆਇਆ। ਇਹ ਫਿਰ ਮੈਨੂੰ ਇਹ ਦੱਸੋ, ਇੱਕ ਭਾਈ ਸਾਹਿਬ ਇਹ ਬੰਦਾ, ਫਿਰ ਮੈਨੂੰ ਇਹ ਖੁੱਲ੍ਹ ਕੇ ਦੱਸੋ, ਕਿਉਂਕਿ ਇਹ ਫਿਰ 3 ਮਹੀਨੇ ਦਾ ਜਨਮ ਕਰੋਨਾ 'ਚ ਤਾਂ ਆਇਆ ਹੈ। ਇਹ ਕਰੋਨਾ ਲੀਡਰ ਹੈ, ਕਰੋਨੇ 'ਚ ਪੈਦਾ ਹੋਇਆ ਲੀਡਰ। ਇੱਕ ਸਵਾਲ ਮੇਰਾ ਇਹ ਹੈ, ਜਿਵੇਂ ਹੁਣ ਇਹ ਆਪਾਂ ਦੇਖਦੇ ਹਾਂ ਜਿਹੜੇ ਕਈ ਮੁੱਦੇ ਨੇ ਪੰਜਾਬ ਦੇ ਵਿੱਚ, ਇਹ ਤਾਂ ਹੁਣ ਮੁੱਦਾ ਹੋ ਗਿਆ MSP ਦਾ ਮੁੱਦਾ ਲੈ ਕੇ ਚੱਲੋਗੇ, ਜਾਂ ਇੱਕ ਮੈਂ ਹੁਣ ਦੇਖਦਾ ਮੈਂ ਹੁਣੇ ਅਪਡੇਟ ਕਰਵਾਇਆ, ਮੇਰੇ ਫਾਦਰ ਸਾਹਿਬ ਦਾ ਜਿਹੜਾ ਆਧਾਰ ਕਾਰਡ ਹੈ, ਉਸ ਆਧਾਰ ਕਾਰਡ ਦੇ ਵਿੱਚੋਂ ਪੰਜਾਬੀ ਗਾਇਬ ਹੋ ਚੁੱਕੀ ਹੈ, ਉੱਥੇ ਇੰਗਲਿਸ਼ ਰਹਿ ਗਈ ਜਾਂ ਹਿੰਦੀ ਰਹਿ ਗਈ ਹੈ। ਹੈਰਾਨੀ ਹੁੰਦੀ ਹੈ ਦੇਖ ਕੇ ਵੀ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਹੈ ਨਹੀਂ। ਜਿਹੜਾ ਮੇਰਾ ਆਧਾਰ ਕਾਰਡ ਹੈ, ਜਿਹੜਾ ਮੇਰਾ ਆਇਡੈਂਟੀਟੀ ਕਾਰਡ ਹੈ, ਜਿਹੜਾ ਕਹਿੰਦੇ ਵੀ ਕਿਤੇ ਵੀ ਆਇਡੈਂਟੀ ਕਾਰਡ ਚੱਲ ਸਕਦਾ ਹੈ, ਉਹਦੇ ਵਿੱਚ
ਪੰਜਾਬੀ ਹੀ ਗਾਇਬ ਹੋ ਗਏ, ਸਾਡੇ ਪੰਜਾਬ ਦੇ ਵਿੱਚ ਪੰਜਾਬੀ ਗਾਇਬ ਹੋ ਗਈ, ਤੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਇੱਥੇ ਤਾਂ ਸਿੱਖ ਗਾਇਬ ਹੋਏ ਪਏ, ਪੱਗਾਂ ਗਾਇਬ ਕਰਦੀਆਂ ਇਹਨਾਂ ਨੇ। ਪੰਜਾਬੀ ਕਿਹੜੀ ਮਾਂ ਦੀ ਹੈ? ਹੁਣ ਕਹੇ ਤੁਸੀਂ ਪਤਾ ਕਿੰਨਾ ਚਿਰ ਪੜੋਗੇ, ਕਹਿੰਦੇ ਹੁਣ ਸੰਸਕ੍ਰਿਤ ਲਾਗੂ ਕਰਤੀ। ਅਸੀਂ ਵਿਰੋਧ ਕੀਤਾ, ਦੱਸੋ ਨਹੀਂ ਕੀਤਾ? ਅਸੀਂ ਵਿਰੋਧ ਕੀਤਾ, ਬਹੁਤ ਵੱਡਾ ਵਿਰੋਧ ਕੀਤਾ। ਅੰਮ੍ਰਿਤਸਰ 'ਚ ਵਿਰੋਧ ਕੀਤਾ, ਠੋਕ ਕੇ ਵੱਡਾ ਪ੍ਰੋਟੈਸਟ ਕੀਤਾ 28 ਤਰੀਕ ਨੂੰ ਪਿੱਛੇ। ਕੁਝ ਵਿਰੋਧਾਂ ਦਾ ਕੁਝ ਹੱਲ ਨਿਕਲਦਾ ਕੋਈ ਨਜ਼ਰ ਨਹੀਂ ਆ ਰਿਹਾ। ਅਸੀਂ ਗੁਲਾਮ ਹੈ, ਹੱਲ ਤਾਂ ਨਿਕਲੂ, ਖਾਲਿਸਤਾਨ ਬਣ ਜੇ ਨਿਕਲ ਜੂਗਾ। ਅਸੀਂ ਤਾਂ ਹੀ ਤਾਂ ਰੋਨੇ ਆ, ਅਸੀਂ ਕਿਉਂ ਰੋਨੇ ਆ? ਤੁਸੀਂ ਵੇਖੋ 1947 ਤੋਂ ਬਾਅਦ ਲੱਗੇ ਆ, ਤੁਹਾਨੂੰ ਕਿਤੇ ਰਾਹਤ ਮਿਲੀ ਹੈ? ਦੱਸੋ। ਹੁਣ ਤੁਸੀਂ ਇੱਕ ਪਾਲਿਸੀ ਦੇ ਤਹਿਤ ਸਾਡਾ ਦਰਬਾਰ ਸਾਹਿਬ ਢਾਤਾ। RSS BJP ਇਸ ਜਰਨਲ ਵੈਦਿਆ ਦਾ ਜਨਮ ਦਿਨ ਮਨਾਉਂਦੀ ਹੈ, KPS ਗਿੱਲ ਦਾ ਮਨਾਉਂਦੀ ਹੈ ਨਾ, ਜਿਨ੍ਹਾਂ ਨੇ ਦਰਬਾਰ ਸਾਹਿਬ ਢਾਇਆ। ਹੁਣ ਤੁਸੀਂ ਕਦੇ ਹਿੰਦੂ ਜਿਹੜੀ ਇੰਦਰਾ ਗਾਂਧੀ ਹੈ, ਇੰਦਰਾ ਗਾਂਧੀ ਦਾ ਜਨਮ ਦਿਨ ਮਨਾਉਂਦੇ, ਅਸੀਂ ਕਦੇ ਯਾਰ ਨਾ ਰੋਕੋ, ਲੜਾਈ ਸੀ ਦੀ ਲੜ ਲਈ। ਇਹ ਫਿਰ ਕਿਉਂ ਮਨਾਉਂਦੇ, ਸਾਨੂੰ ਚੜਾਉਂਦੇ ਕਿਉਂ ਆ? ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਸ਼ਹੀਦ ਹੋਏ, BJP ਨੇ ਭੰਗੜੇ ਪਾਏ, ਲੱਡੂ ਵੰਡੇ, ਅਸੀਂ ਰੋ ਰਹੇ ਸੀ। ਇਹ ਰੋ ਰਹੇ ਸੀ। ਤੇ ਫਿਰ ਤੁਸੀਂ ਮੈਨੂੰ ਇਹ ਵੀ ਦੱਸੋ, ਇਹਨਾਂ ਨੇ ਕਦੇ ਸਾਡੇ ਨਾਲ ਅਫਸੋਸ ਕੀਤਾ? ਮੈਨੂੰ ਸਿੱਖ ਦੱਸੋ ਪਹਿਲਾਂ ਹਿੰਦੂ ਦੇ ਖਿਲਾਫ ਬੋਲਿਆ ਹੋਵੇ, ਕਦੇ ਕਿਸੇ ਸਾਈ ਦੇ ਖਿਲਾਫ ਬੋਲਿਆ? ਇਹ ਬੋਲਦੇ ਅਸੀਂ ਜਵਾਬ ਦਿੰਨੇ ਆ। ਇਹ ਜੇ ਸਾਡਾ ਅਸੀਂ ਜੇ ਬੋਲਦੇ ਜਵਾਬ ਵੀ ਦਿੰਨੇ ਆ। ਜੇ ਕਹਿਣ ਬਿਆਸ ਪੁੱਲ ਤੇ ਅੱਜ ਅਸੀਂ ਜਾਂਦੇ, ਫਿਰ ਆਉਂਦੇ ਨਹੀਂ ਗਏ, ਆਉਂਦੇ ਨਹੀਂ ਫਿਰ ਹੈ। ਜਦੋਂ ਇਹ ਬੋਲਦੇ ਆ ਅਸੀਂ ਤਾਂ ਜਵਾਬ ਦਿੰਨੇ ਆ, ਜਦੋਂ ਇਹ ਸਾਨੂੰ ਠੋਕਦੇ ਅਸੀਂ ਇਹਨਾਂ ਨੂੰ ਠੋਕ ਦਿੰਨੇ ਆ। ਸਿੱਧੀ ਗੱਲ ਹੈ। ਮਾਨ ਸਾਹਿਬ ਦੀ ਇਹ ਸਾਰੀਆਂ ਗੱਲਾਂ ਨੂੰ ਸੋਚਣਾ ਪਊਗਾ। ਇਸ ਕਰਕੇ ਗੁਲਾਮ ਹੈ ਇਹ। ਮੈਂ ਭਾਈ ਵੀਰਾਂ ਨੂੰ ਕਹਿਣਾ, ਕਿ ਮੈਂ ਬਾਦਲ ਨੂੰ ਵੀ ਕਹਿਣਾ ਵੀ ਤੁਸੀਂ ਖਾਲਿਸਤਾਨ ਤੇ ਸਾਈਨ ਕੀਤੇ ਆ ਜੀ। ਮਾਨ ਸਾਹਿਬ ਦੀ ਪਾਰਟੀ ਕਿਤੇ ਨਾ ਕਿਤੇ ਖਾਲਿਸਤਾਨ ਦੇ ਸਮਰਥਕ ਹੈ, ਤੁਸੀਂ ਵੀ ਸਮਰਥਨ ਕਰਦੇ ਹੋ ਖਾਲਿਸਤਾਨ ਦਾ। ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕਾਫੀ ਦੇਰ ਦੇ ਮਾਨ ਸਾਹਿਬ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ, ਅਸੀਂ ਸਾਰੇ ਜਾਣਦੇ ਹਾਂ, ਭਲੀ ਭਾਂਤੀ ਜਾਣਦੇ ਹਾਂ। ਤੇ ਪਰ ਜਿਹੜੇ ਉਹਨਾਂ ਦੇ ਵਿੱਚ ਵੋਟਾਂ ਦੇ ਵਿੱਚ ਉਹਨਾਂ ਦੀ ਜਿੱਤ ਕਿਉਂ ਨਹੀਂ ਹੁੰਦੀ? ਕਿਉਂਕਿ ਲੋਕ ਕੀ ਗੱਲ, ਲੋਕ ਸਮਝਦੇ ਨਹੀਂ ਹੈ ਇਸ ਗੱਲ ਨੂੰ। ਲੋਕ ਗੁਲਾਮ ਹੋਏ ਪਏ ਆ। ਕੋਈ ਆਟੇ ਦਾ ਗੁਲਾਮ ਹੋ ਗਿਆ, ਕੋਈ ਦਾਲ ਦਾ ਗੁਲਾਮ ਹੋ ਗਿਆ, ਕੋਈ 500 ਨੋਟ ਦਾ ਗੁਲਾਮ ਹੋ ਗਿਆ, ਕੋਈ ਪੈਗ ਦਾ ਗੁਲਾਮ ਹੋ ਗਿਆ। ਤੇ ਜਿਹੜੇ ਸਾਡੇ ਲੀਡਰ ਉਹ ਨਾਗਪੁਰ ਦੇ ਗੁਲਾਮ ਹੈ।